बहुत ब्रूटली तरीके दे नाल मैनूं 4-5 पुलिस वालियां दे वल्लों नीचे सट्ट के मैनूं बहुत कुੱਟਿਆ ਗਿਆ। खास तौर ते ਜਿਹੜੇ प्राइवेट पार्ट ਨੂੰ ਨਿਸ਼ਾਨਾ ਬਣਾਏ ਕੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੈਨੂੰ ਇਹ ਤੱਕ ਨਹੀਂ ਪਤਾ ਸੀ ਮੇਰੇ ਤੇ ਕੇਸ ਕਿਹੜੇ ਲੱਗੇ ਆ। ਇਹ ਜਨਤਾ ਦੀ ਤਾਕਤ ਦੀ ਵਜ੍ਹਾ ਕਰਕੇ ਅੱਜ ਮੈਂ ਬਾਹਰ ਆ। ਕਿਸਾਨੀ ਲੀਡਰਾਂ ਨੇ ਪਹਿਲੇ ਸਟੈਪ ਤੇ ਤੁਹਾਡੀ ਸਪੋਰਟ ਨਹੀਂ ਕੀਤੀ। ਬਿਲਕੁਲ ਇਹਦੇ ਵਿੱਚ ਸੱਚਾਈ ਹੈਗੀ ਹੈ ਕਿਤੇ ਨਾ ਕਿਤੇ। ਇਕੱਲਾ ਕਿਸਾਨਾਂ ਦਾ ਮੁੱਦਾ ਹੀ ਰਹਿ ਗਿਆ, ਇਹ ਕਿਉਂ? ਜਿੰਨਾ ਲੰਬਾ ਅੰਦੋਲਨ ਕਿਸਾਨ ਲੈ ਕੇ ਉਹਨਾਂ ਮਜ਼ਦੂਰ ਨਹੀਂ ਲੈ ਕੇ ਜਾ ਸਕਦੇ। ਤਾਂ ਸਟਾਰਟਿੰਗ ਦੇ ਵਿੱਚ 8 ਮੰਗਾਂ ਸੀ ਜਿਹਦੇ ਵਿੱਚ ਲੇਬਰ ਕੋਡ ਵੀ ਸ਼ਾਮਲ ਕੀਤਾ ਗਿਆ ਸੀ। ਪੰਜਾਬ 'ਚ ਲੜਾਈ ਕਦੋਂ ਸ਼ੁਰੂ ਕਰ ਰਹੇ ਹੋ? ਜ਼ਮੀਨੀ ਸਤਰ ਤੇ ਬਹੁਤ ਘੱਟ ਸੰਗਠਨ ਕੰਮ ਕਰ ਰਹੇ। ਰਾਜਨੀਤੀ 'ਚ ਆਉਣ ਦਾ ਤੁਹਾਡਾ ਵਿਚਾਰ ਹੈ? ਪਰ ਵੋਟ ਪੋਲਿਟਿਕਸ ਮੈਂ ਨਹੀਂ ਕਰਨਾ ਚਾਹੁੰਦੀ। ਅਤਿਆਚਾਰ ਦੀਆਂ ਘਟਨਾਵਾਂ ਉਹ ਵੱਧ ਸਕਦੀਆਂ ਮਜ਼ਦੂਰਾਂ। ਬਾਈਕਾਟ ਵੀ ਜਿਹੜਾ ਕਿਸਾਨ ਯੂਨੀਅਨ ਦੇ ਲੈਟਰ ਪੈਡਾਂ ਤੇ ਵੀ ਕੀਤਾ ਗਿਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ। ਪਿਛਲੇ ਸਮੇਂ ਦੌਰਾਨ ਕਿਸਾਨੀ ਸੰਘਰਸ਼ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲਿਆ, ਭਾਵੇਂ ਕਿ ਬੀਜੇਪੀ ਨੇ ਹੁਣ ਬੈਕਫੁੱਟ ਤੇ ਚਲੀ ਗਈ ਅਤੇ ਜਿਹੜੇ ਆਪਣੇ ਕਾਨੂੰਨ ਉਹ ਵਾਪਸ ਲੈ ਲਏ ਆ, ਪਰ ਉਹਨਾਂ ਵਿੱਚੋਂ ਹੀ ਇੱਕ ਮਜ਼ਦੂਰ ਆਗੂ ਨਿਕਲ ਕੇ ਆਏ ਜਿਨ੍ਹਾਂ ਨੇ ਕਾਫੀ ਲੰਬਾ ਸੰਘਰਸ਼ ਲੜਿਆ ਤੇ ਉਹਦੇ ਤੇ ਕਾਫੀ ਵਰਕ ਕੀਤਾ। ਆਪਾਂ ਉਹਨਾਂ ਤੋਂ ਪੁੱਛਦੇ ਹਾਂ ਵੀ ਉਹਨਾਂ ਨੇ ਇਹ ਸੰਘਰਸ਼ ਕਿਵੇਂ ਲੜਿਆ ਤੇ ਕੀ ਕਿਸਾਨੀ ਸੰਘਰਸ਼ ਦੇ ਵਿੱਚੋਂ ਹੀ ਨਿਕਲਿਆ ਜਾਂ ਉਹ ਪਹਿਲਾਂ ਇਹ ਸੰਘਰਸ਼ ਲੜ ਰਹੇ ਸੀ। ਆਪਾਂ ਗੱਲ ਕਰਦੇ ਹਾਂ ਨੌਦੀਪ ਜੀ ਨਾਲ। ਸਤਿ ਸ਼੍ਰੀ ਅਕਾਲ ਜੀ ਨੌਦੀਪ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਨੌਦੀਪ ਕੌਰ ਆ। ਵੈਸੇ ਕਾफ़ी ਲੋਕ ਜਾਣਦੇ, ਕੁਛ ਕੁ ਨਹੀਂ ਜਾਂਦੇ, ਇਸ ਲਈ ਮੈਂ ਇੰਟਰੋਡਕਸ਼ਨ ਦੇ ਰਹੀ ਕਿ ਮੇਰਾ ਨਾਮ ਨੌਦੀਪ ਕੌਰ ਆ। ਵੈਸੇ ਤਾਂ ਮੈਂ ਪੰਜਾਬ ਤੋਂ ਮੁਕਤਸਰ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ, ਪਰ ਮੈਂ ਅੱਜ ਕੱਲ੍ਹ ਹਰਿਆਣਾ ਦੇ ਕੁੰਡਲੀ ਫੈਕਟਰੀ ਏਰੀਆ ਦੇ ਵਿੱਚ ਮਜ਼ਦੂਰਾਂ ਲਈ ਕੰਮ ਕਰ ਰਹੀ ਹਾਂ। ਜਿਹੜਾ ਮਜ਼ਦੂਰ ਅਧਿਕਾਰ ਸੰਗਠਨ ਆ ਉਹ 2018 ਦੇ ਵਿੱਚ ਮਜ਼ਦੂਰਾਂ ਦੇ ਅਧਿਕਾਰਾਂ ਦੀ ਲੜਾਈ ਲੜਨ ਦੇ ਵਾਸਤੇ ਬਣਿਆ ਸੀਗਾ। ਅਤੇ ਕਿਸਾਨ ਅੰਦੋਲਨ ਤੋਂ 3-4 ਮਹੀਨੇ ਪਹਿਲਾਂ ਮੈਂ ਉੱਥੇ ਫੈਕਟਰੀ ਦੇ ਵਿੱਚ ਕੰਮ ਕਰਨ ਵਾਸਤੇ ਗਈ ਸੀ ਅਤੇ ਫਿਰ ਮੈਂ ਮਜ਼ਦੂਰ ਅਧਿਕਾਰ ਸੰਗਠਨ ਨੂੰ ਜੁਆਇਨ ਕੀਤਾ ਅਤੇ ਨਾਲ ਹੀ ਅਸੀਂ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਵੀ ਲੜਦੇ ਰਹੇ। ਅਤੇ ਉਸ ਤੋਂ ਬਾਅਦ ਜਦੋਂ ਕਿਸਾਨ ਅੰਦੋਲਨ ਹੋਇਆ ਤਾਂ ਅਸੀਂ ਕਿਸਾਨਾਂ ਦੀ ਹਮਾਇਤ ਦੇ ਵਿੱਚ ਵੀ ਗਏ। ਅਤੇ ਉਸ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਕਿਸਾਨ ਅੰਦੋਲਨ ਤੋਂ ਪਹਿਲਾਂ ਤਾਂ ਬਹੁਤ ਘੱਟ ਇਹ ਸੀ ਕਿ ਅਸੀਂ ਮਤਲਬ ਪਰਚਾ ਵੰਡ ਦਈਏ, ਮਜ਼ਦੂਰਾਂ ਨੂੰ ਜਾਗਰੂਕ ਕਰ ਦਈਏ, ਕਿਉਂਕਿ ਬਹੁਤ ਵੱਡੇ ਸਤਰ 'ਤੇ ਹਮਲਾ ਕੀਤਾ ਜਾਂਦਾ ਸੀ ਪ੍ਰਾਈਵੇਟ ਗੁੰਡਿਆਂ ਦੇ ਵੱਲੋਂ। ਕਿਉਂਕਿ ਉਹ ਫੈਕਟਰੀ ਏਰੀਆ ਦੇ ਵਿੱਚ ਗੁੰਡੇ ਬਾਊਂਸਰ ਰੱਖੇ ਹੈ, ਪ੍ਰਾਈਵੇਟ ਗੁੰਡੇ, ਜਿਨ੍ਹਾਂ ਨੂੰ ਫੈਕਟਰੀ ਦੇ ਜਿਹੜੇ ਮਾਲਿਕ ਆ ਉਹ ਪੈਸੇ ਦਿੰਦੇ ਨੇ, ਮਹੀਨੇ ਦੇ ਹਫ਼ਤੇ ਦਿੰਦੇ ਆ। ਅਤੇ ਜੇਕਰ ਕੋਈ ਵੀ ਮਤਲਬ ਕੰਪਨੀਆਂ ਦੇ ਖਿਲਾਫ ਬੋਲਣ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਨੂੰ ਬਹੁਤ ਬਰੂਟਲੀ ਤਰੀਕੇ ਨਾਲ ਦਬਾਇਆ ਜਾਂਦਾ। ਅਤੇ ਇਸ ਲਈ ਅਸੀਂ ਬਹੁਤ ਮੁਸ਼ਕਿਲ ਦੇ ਨਾਲ ਕੰਮ ਕਰ ਰਹੇ ਸੀ। ਪਰ ਜਦੋਂ ਕਿਸਾਨ ਅੰਦੋਲਨ ਹੋਇਆ ਸਾਡੇ ਵਿੱਚ ਬਹੁਤ ਹਿੰਮਤ ਆਈ ਕਿ ਜਿਸ ਤਰੀਕੇ ਦੇ ਨਾਲ ਇੰਨੀ ਵੱਡੀ ਸੰਖਿਆ ਦੇ ਵਿੱਚ ਕਿਸਾਨ ਆਪਣੇ ਹੱਕ ਮੰਗਣ ਦੇ ਲਈ ਇਕੱਠੇ ਹੋ ਸਕਦੇ ਆ, ਲੜ ਸਕਦੇ ਸਿੱਧਾ ਸਰਕਾਰ ਦੇ ਨਾਲ, ਅਤੇ ਅਸੀਂ ਕਿਉਂ ਨਹੀਂ। ਫਿਰ ਅਸੀਂ ਮਜ਼ਦੂਰਾਂ ਨੂੰ ਮੋਬਿਲਾਈਜ਼ ਕਰਨਾ ਸ਼ੁਰੂ ਕੀਤਾ। ਨਾਲ ਹੀ ਜਿਹੜੇ 3 ਕ੍ਰਿਸ਼ੀ ਵਿਰੋਧੀ ਕਾਨੂੰਨ ਆ ਉਹਨਾਂ ਨੂੰ ਆਸਾਨ ਭਾਸ਼ਾ ਦੇ ਵਿੱਚ ਮਜ਼ਦੂਰਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਆਖਿਰਕਾਰ ਹੈ ਕੀ। ਇਹਨਾਂ ਦੇ ਵਿੱਚੋਂ ਇੱਕ ਕਾਨੂੰਨ ਐਸਾ ਜਿਹੜਾ ਸਿੱਧਾ ਮਜ਼ਦੂਰਾਂ 'ਤੇ ਮਾਰੂ ਅਸਰ ਪਾ ਸਕਦਾ ਹੈਗਾ। ਅਤੇ ਉਹਦੇ ਨਾਲ ਹੌਲੀ ਹੌਲੀ ਜਦੋਂ ਮਜ਼ਦੂਰਾਂ ਨੂੰ ਸਮਝ ਆਉਣ ਲੱਗੀ ਤਾਂ ਅਸੀਂ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਬਹੁਤ ਵੱਡੀ ਹੜਤਾਲ ਕੀਤੀ, ਜਿਹਦੇ ਵਿੱਚ 1500 ਤੋਂ 2000 ਤੱਕ ਜਿਹੜੇ ਮਜ਼ਦੂਰਾਂ ਨੇ ਭਾਗ ਲਿਆ, ਜਿਹੜੇ ਖਾਸ ਤੌਰ 'ਤੇ ਯੂਪੀ ਅਤੇ ਬਿਹਾਰ ਅਤੇ ਬਾਹਰ ਦੇ ਜਿਹੜੇ ਵਰਕਰ ਜਿਹੜੇ ਫੈਕਟਰੀਆਂ ਦੇ ਵਿੱਚ ਕੰਮ ਕਰਨੇ ਜਿਹੜੇ ਆਏ ਸੀ ਉਹ ਸੀਗੇ। ਅਤੇ ਉਸ ਤੋਂ ਬਾਅਦ ਕੀ ਇੱਕ ਖਤਰਾ ਜਿਹੜਾ ਸਰਕਾਰ ਨੂੰ ਪੈਦਾ ਹੋਇਆ, ਪੁਲਿਸ ਨੂੰ ਪੈਦਾ ਹੋਇਆ ਕਿ ਇੱਥੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਏਕਤਾ ਦੀ ਗੱਲ ਹੋਣ ਲੱਗ ਗਈ ਗਰਾਊਂਡ ਲੈਵਲ 'ਤੇ, ਅਤੇ ਬਹੁਤ ਖਤਰਨਾਕ ਗੱਲ ਆ। ਅਤੇ ਨਾਲ ਹੀ ਫਿਰ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਆਪਾਂ ਟੈਂਟ ਲਾਇਆ ਅਤੇ ਉਹਦੇ ਵਿੱਚ ਅਸੀਂ ਇੱਕ ਹੈਲਪ ਟੈਕਸ ਲਗਾਇਆ, ਜਿਹਦੇ ਵਿੱਚ ਅਸੀਂ ਇਹ ਲਿਖਿਆ ਕਿ ਨਾਲ ਅਸੀਂ ਮਜ਼ਦੂਰਾਂ ਦੇ ਕੰਮ ਵੀ ਕਰਦੇ ਰਹਾਂਗੇ। ਜੇਕਰ ਕੋਈ ਕੰਪਨੀ ਮਾਲਿਕ ਜਾਂ ਠੇਕੇਦਾਰ ਕੋਈ ਤੁਹਾਡਾ ਵੇਤਨ ਰੋਕ ਰਿਹਾ ਤਾਂ ਤੁਸੀਂ ਸਾਨੂੰ ਜ਼ਰੂਰ ਦੱਸੋ। ਤਾਂ ਉਹਦੇ ਵਿੱਚੋਂ ਇਹ ਗੱਲ ਨਿਕਲ ਕੇ ਆਈ ਕਿ ਬਹੁਤ ਵੱਡੀ ਸੰਖਿਆ ਦੇ ਵਿੱਚ ਇਹੋ ਜਿਹੇ ਮਜ਼ਦੂਰ ਸੀ ਜਿਨ੍ਹਾਂ ਨੇ ਲੋਕਡਾਊਨ ਤੋਂ ਪਹਿਲਾਂ ਬਹੁਤ ਸਾਰੀਆਂ ਕੰਪਨੀਆਂ ਵਿੱਚ ਕੰਮ ਕੀਤਾ ਸੀ। ਕਿਸੇ ਨੇ 6 ਮਹੀਨੇ, ਕਿਸੇ ਨੇ 1 ਸਾਲ, ਕਿਸੇ ਨੇ ਕਿੰਨਾ ਕੀਤਾ ਸੀ। ਲੋਕਡਾਊਨ ਹੋਣ ਤੋਂ ਬਾਅਦ ਕੀ ਹੁੰਦਾ ਕਿ ਉਹ ਘਰ ਚਲੇ ਜਾਂਦੇ ਨੇ। ਜਦੋਂ ਵਾਪਸ ਆਉਂਦੇ ਨੇ ਉਹਨਾਂ ਕੰਪਨੀਆਂ ਦੇ ਵਿੱਚ ਤਾਂ ਉਹਨਾਂ ਨੂੰ ਪਹਿਚਾਣਨ ਤੋਂ ਇਨਕਾਰ ਕਰਤਾ ਜਾਂਦਾ ਹੈਗਾ। ਜਿਹੜੇ ਕਹਿੰਦੇ ਆ ਕਿ ਸਾਡਾ ਵੇਤਨ ਦਿਓ ਤਾਂ ਉਹਨੂੰ ਕੁੱਟਮਾਰ ਕੀਤੀ ਜਾਂਦੀ ਆ, ਤਾਂ ਉਹ FIR ਕਰਵਾਉਣ ਜਾਂਦੇ ਤਾਂ ਕੋਈ ਉਹਦੀ FIR ਤੱਕ ਨਹੀਂ ਹੁੰਦੀ। ਲੇਬਰ ਕੋਡ ਉਹ ਜਾ ਨਹੀਂ ਸਕਦੇ ਕਿਉਂਕਿ ਇੰਨੇ ਪੜ੍ਹੇ ਲਿਖੇ ਨਹੀਂ ਹੈਗੇ। 20-25 ਹਜ਼ਾਰ ਦਾ ਜਿਹੜਾ ਉਹ ਵਕੀਲ ਕਰ ਨਹੀਂ ਸਕਦੇ ਹੈਗੇ, ਜਾਂ ਫਿਰ ਲੰਬੀ ਕਾਰਵਾਈ ਚੱਲਦੀ ਹੈਗੀ ਆ। ਤਾਂ ਕਰਕੇ ਮਜ਼ਦੂਰਾਂ ਦੇ ਹੱਲ ਕਰਨ ਦੇ ਲਈ ਸਾਨੂੰ ਲੱਗਾ ਕਿ ਸੰਵਿਧਾਨਿਕ ਤਰੀਕੇ ਜਿਹੜੇ ਸਾਨੂੰ ਰਾਈਟ ਮਿਲੇ ਆ ਅਤੇ ਉਹਦੇ ਤਰੀਕੇ ਦੇ ਨਾਲ ਸਾਨੂੰ ਧਰਨੇ ਵੀ ਨਾਲ ਜਿਹੜੇ ਲਾਉਣੇ ਪੈਣਗੇ। ਫਿਰ ਅਸੀਂ ਜਿਹੜੇ ਕਿਸਾਨਾਂ ਤੋਂ ਹਿੰਮਤ ਲੈ ਕੇ ਅਸੀਂ ਵੱਡੀ ਸੰਖਿਆ ਦੇ ਵਿੱਚ ਕੰਪਨੀਆਂ ਦੇ ਗੇਟ ਅੱਗੇ ਕੰਪਲੇਂਟ ਜਦੋਂ ਸਾਨੂੰ ਮਿਲੀਆਂ 300-400, ਅਤੇ ਉਹ ਕੰਪਲੇਂਟਸ ਨੂੰ ਦੇਖਦੇ ਹੋਏ ਪੂਰੇ ਪ੍ਰੂਫ ਦੇ ਨਾਲ ਅਸੀਂ ਮਜ਼ਦੂਰਾਂ ਦੀ ਵੱਡੀ ਸੰਖਿਆ ਲੈ ਕੇ ਕੰਪਨੀਆਂ ਦੇ ਗੇਟ ਅੱਗੇ ਧਰਨੇ ਲਾਉਣ ਲੱਗ ਗਏ।
ਤੇ ਨਾਲ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਸੀਗੇ ਵੀ ਜੇਕਰ ਕੋਈ ਕੰਪਨੀ ਵੇਤਨ ਨਹੀਂ ਦੇਊਗੀ ਤਾਂ ਅਸੀਂ ਗੇਟ ਤੇ ਅੱਗੇ ਧਰਨਾ ਲਾਵਾਂਗੇ, ਤੁਹਾਡਾ ਗੇਟ ਬੰਦ ਕੀਤਾ ਜਾਊਗਾ, ਲੌਕ ਕੀਤਾ ਜਾਊਗਾ, ਨਾ ਕੋਈ ਅੰਦਰ ਜਾ ਸਕਦਾ ਨਾ ਕੋਈ ਬਾਹਰ ਆ ਸਕਦਾ। ਤੇ ਇੱਕ ਕੰਪਨੀ ਕਰੋੜਾਂ ਦਾ ਮਾਲ ਇੱਕ ਦਿਨ ਚ ਕਮਾ ਰਹੀ ਉੱਥੇ, ਤਾਂ ਉਹਨਾਂ ਅੱਗੇ ਬੋਲਣਾ ਮੇਰੇ ਖਿਆਲ ਚ ਬਹੁਤ ਵੱਡੀ ਗੱਲ ਆ, ਖਾਸ ਤੌਰ ਤੇ ਉਹਨਾਂ ਮਜ਼ਦੂਰਾਂ ਦਾ ਜਿਹੜੇ ਉੱਥੇ ਉਹਨਾਂ ਦੇ ਨੀਚੇ ਰਹਿ ਕੇ ਉਤਪਾਦਨ ਕਰ ਰਹੇ ਆ। ਤੇ ਇਹ ਗੱਲ ਉਹਨਾਂ ਵਾਸਤੇ ਕੋਈ ਹਜਮ ਨਹੀਂ ਸੀ ਆ ਰਹੀ। ਜਦੋਂ ਲਗਾਤਾਰ ਅਸੀਂ ਜਿੱਤਦੇ ਰਹੇ, ਸਾਡੇ ਤੇ ਗੁੰਡਿਆਂ ਦਾ ਅਟੈਕ ਕਰਵਾਇਆ ਗਿਆ, ਫਾਇਰਿੰਗ ਵਗੈਰਾ ਵੀ ਕੀਤੀ ਗਈ, ਪਰ ਫਿਰ ਵੀ ਅਸੀਂ ਲੜੇ ਗੁੰਡਿਆਂ ਦੇ ਨਾਲ ਤੇ ਅਸੀਂ ਫਿਰ ਵੀ ਲੜਦੇ ਰਹੇ। ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਪੁਲਿਸ ਦੁਆਰਾ ਅਟੈਕ ਕਰਵਾਇਆ ਜਾਂਦਾ। ਫਿਰ ਜਦੋਂ ਪੁਲਿਸ ਕੁਛ FIR ਦਰਜ ਕਰਦੀ ਹੈ, ਫਿਰ 12 ਜਨਵਰੀ ਦੀ ਜੇਕਰ ਘਟਨਾ ਜੇਕਰ ਮੈਂ ਦੱਸਾਂ, ਵੈਸੇ ਉਸ ਤੋਂ ਪਹਿਲਾਂ ਬਹੁਤ ਵੱਡੀ ਗੱਲ ਹੈਗੀ ਹੈ, ਪਰ ਮੋਟਾ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ 12 ਜਨਵਰੀ ਦੀ ਮੇਨ ਘਟਨਾ ਜਿਹਦੇ ਕਰਕੇ ਮਜ਼ਦੂਰ ਅਧਿਕਾਰ ਸੰਗਠਨ ਜਾਂ ਮੈਂ ਸ਼ਿਵ ਕੁਮਾਰ ਜਿਹੜਾ ਹਾਈਲਾਈਟ ਹੋਏ ਨੇ। ਤੇ 12 ਜਨਵਰੀ ਨੂੰ ਵੀ ਅਸੀਂ ਇੱਕ ਕੰਪਨੀ ਦੇ ਅੱਗੇ ਪ੍ਰੋਟੈਸਟ ਕਰ ਰਹੇ ਸੀਗੇ, ਵੇਤਨ ਦੀ ਡਿਮਾਂਡ ਕਰ ਰਹੇ ਸੀ। ਅੱਧਾ ਘੰਟਾ ਅਸੀਂ ਪ੍ਰੋਟੈਸਟ ਕੀਤਾ, ਪਹਿਲਾਂ ਗੁੰਡੇ ਆਉਂਦੇ ਨੇ, ਫਿਰ ਪੁਲਿਸ ਆਉਂਦੀ ਆ, ਫਿਰ ਬਹੁਤ ਜ਼ਬਰਦਸਤੀ ਸਾਨੂੰ ਮਤਲਬ ਕੁੱਟ ਮਾਰ ਕੇ ਥਾਣੇ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਹੜੀ ਮਹਿਲਾ ਨੇ ਹੈਗੀਆਂ ਨੇ, ਮਜ਼ਦੂਰ ਮਹਿਲਾਵਾਂ ਨੇ, ਜਾਂ ਮੈਂ ਵੀ ਉਹਦੇ ਵਿੱਚ ਸੀਗੀ, ਤਾਂ ਬਹੁਤ ਬਰੂਟਲੀ ਤਰੀਕੇ ਨਾਲ ਖਿੱਚ ਧੂ ਵਾਲਾਂ ਤੋਂ ਫੜ ਕੇ, ਕੱਪੜਿਆਂ ਤੋਂ ਫੜ ਕੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਅਸੀਂ ਵਿਰੋਧ ਕੀਤਾ ਇਹਦਾ ਕਿ ਮਹਿਲਾ ਕਾਂਸਟੇਬਲ ਹੱਥ ਲਾ ਸਕਦੀ ਹੈ ਤੇ ਤੁਹਾਡੇ ਕੋਲ ਕੋਈ ਵਾਰੰਟ ਨਹੀਂ ਹੈਗਾ, ਤੁਹਾਡੇ ਕੋਲ ਕੀ ਸਬੂਤ ਆ ਕਿ ਤੁਸੀਂ ਇਹਨੂੰ ਫੜ ਕੇ ਲੈ ਕੇ ਜਾ ਸਕਦੇ ਹੋ। ਤਾਂ ਉਹਦੇ ਪ੍ਰਤੀਰੋਧ ਦੇ ਵਿੱਚ ਲੋਕਾਂ ਨੇ ਲਾਠੀ ਡੰਡਿਆਂ ਨਾਲ ਪੁਲਿਸ ਤੇ ਵੀ ਹਮਲਾ ਕੀਤਾ, ਕਿਉਂਕਿ ਪੁਲਿਸ ਨੇ ਪਹਿਲਾਂ ਜਿਹੜਾ ਕੁੱਟਣਾ ਮਾਰਨਾ ਸ਼ੁਰੂ ਕੀਤਾ ਸੀਗਾ, ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਫਾਇਰਿੰਗ ਹੋਰ ਜ਼ਿਆਦਾ ਕੀਤੀ, ਜਿਹਦੇ ਨਾਲ ਲੋਕ ਭੱਜੇ ਉੱਥੋਂ। ਤੇ ਉਸ ਤੋਂ ਮੈਨੂੰ ਉੱਥੋਂ ਅਰੈਸਟ ਕਰ ਲਿਆ ਗਿਆ। ਅਰੈਸਟ ਕਰਨ ਤੋਂ ਬਾਅਦ ਜਦੋਂ ਮੈਨੂੰ ਉੱਥੇ ਫੜਿਆ, ਬਹੁਤ ਬਰੂਟਲੀ ਤਰੀਕੇ ਦੇ ਨਾਲ ਮੈਨੂੰ 4-5 ਪੁਲਿਸ ਵਾਲਿਆਂ ਦੇ ਵੱਲੋਂ ਨੀਚੇ ਸੱਟ ਕੇ ਮੈਨੂੰ ਬਹੁਤ ਕੁੱਟਿਆ ਗਿਆ। ਉਸ ਤੋਂ ਬਾਅਦ ਗੱਡੀ ਵਿੱਚ ਪਾ ਕੇ ਜਾ ਕੇ ਬਹੁਤ ਕੁੱਟਿਆ, ਰਸਤੇ ਵਿੱਚ ਵੀ ਕੁੱਟਦੇ ਗਏ, ਖੜਾ ਕਰਕੇ ਰਾਸਤੇ 'ਚ ਬਾਹਰ ਵੀ ਕੁੱਟਿਆ, ਫਿਰ ਥਾਣੇ ਵਿੱਚ ਲਿਜਾ ਕੇ ਬਹੁਤ ਕੁੱਟਿਆ। SP ਨੇ ਖੁਦ ਕਿਹਾ ਕਿ ਇਹਨਾਂ ਨੂੰ ਮਤਲਬ ਸੁਧਾਰ ਦਿਓ। ਜਿਹੜਾ SHO ਆ ਖੁਦ ਮਤਲਬ ਰਵੀ, ਜਿਹੜੇ ਉਹਨਾਂ ਦਾ SHO ਦਾ ਨਾਮ BJP ਦਾ ਜਿਹੜਾ ਸਪੋਰਟਰ ਆ ਹੈਗਾ, ਤੇ ਉਹਨਾਂ ਦੇ ਵੱਲੋਂ ਜਾਤੀ ਸੂਚਕ ਗਾਲੀਆਂ ਦਿੰਦੇ ਹੋਏ ਮਤਲਬ ਕੁੱਟਿਆ ਗਿਆ। ਖਾਸ ਤੌਰ ਤੇ ਜਿਹੜੇ ਪ੍ਰਾਈਵੇਟ ਪਾਰਟ ਨੂੰ ਨਿਸ਼ਾਨਾ ਬਣਾਏ ਕੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਉਂਕਿ ਮਜ਼ਦੂਰਾਂ ਤੇ ਦਲਿਤਾਂ ਤੇ ਮਹਿਲਾਵਾਂ ਤੇ ਬਹੁਤ ਜ਼ਿਆਦਾ ਬਰੂਟਲੀ ਅਟੈਕ ਹੁੰਦਾ। ਅਸੀਂ ਦੇਖਦੇ ਹਾਂ ਕਿ ਜਿੰਨਾ ਜਿਹੜੇ ਅਪਰ ਕਲਾਸ ਹੁੰਦੇ, ਚਾਹੇ ਜਿਹੜੇ ਲੋਕਾਂ ਦੀ ਹੱਕ ਵਿੱਚ ਬੋਲਦੇ ਆ, ਕਿਤੇ ਨਾ ਕਿਤੇ ਉਹਨਾਂ ਨੂੰ ਕੇਸ ਲਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾਂਦਾ। ਬਹੁਤ ਵੱਡੀ ਗੱਲ ਹੈ, ਪਰ ਉਹਨਾਂ ਨੂੰ ਇੰਨਾ ਸਰੀਰਕ ਤੌਰ ਤੇ, ਜਿਸਮਾਨੀ ਤੌਰ ਤੇ ਜਾਂ ਮਾਨਸਿਕ ਤੌਰ ਤੇ ਇੰਨਾ ਕੁ ਜ਼ਿਆਦਾ ਤਸ਼ੱਦਦ ਨਹੀਂ ਝੱਲਣਾ ਪੈਂਦਾ ਜਿੰਨਾ ਇੱਕ ਮਜ਼ਦੂਰ ਨੂੰ, ਇੱਕ ਮਹਿਲਾ ਨੂੰ ਝੱਲਣਾ ਪੈਂਦਾ। ਉਹ ਸਾਰੀਆਂ ਚੀਜ਼ਾਂ ਹੋਈਆਂ। ਬਹੁਤ ਜ਼ਿਆਦਾ ਕੁੱਟਣ ਮਾਰਨ ਤੋਂ ਬਾਅਦ ਬਿਨਾਂ ਮੈਡੀਕਲ ਤੋਂ 12 ਵਜੇ ਰਾਤ ਨੂੰ ਜੇਲ੍ਹ ਦੇ ਵਿੱਚ ਛੱਡ ਦਿੱਤਾ ਜਾਂਦਾ, ਤੇ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੁੰਦੀ। ਮੈਨੂੰ ਇਹ ਤੱਕ ਨਹੀਂ ਪਤਾ ਸੀ ਮੇਰੇ ਤੇ ਕੇਸ ਕਿਹੜੇ ਲੱਗੇ ਆ। ਜਦੋਂ ਮੈਂ ਜੇਲ੍ਹ 'ਚ ਗਈ ਹਾਂ, ਮੈਨੂੰ ਉਦੋਂ ਪਤਾ ਲੱਗਾ ਕਿ ਮੇਰੇ ਤੇ ਆਹ ਕੇਸ ਨੇ। ਬਿਨਾਂ ਸਬੂਤ ਤੋਂ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ। ਕਿਤੇ ਨਾ ਕਿਤੇ ਪੂਰੀ ਦੀ ਪੂਰੀ ਨਿਆਂ ਵਿਵਸਥਾ ਤੇ ਸਵਾਲ ਆ ਕਿ ਜਿਸ ਟਾਈਮ ਤੇ ਪੁਲਿਸ ਜਿਹੜੀ ਜੱਜ ਦੇ ਸਾਹਮਣੇ ਪੇਸ਼ ਕਰਦੀ ਹੈ ਦੋਸ਼ੀ ਨੂੰ, ਤੇ ਉਹ ਬਿਨਾਂ ਪ੍ਰੂਫ ਤੋਂ ਇਹ ਕਹਿ ਦਿੰਦੇ ਵੀ ਠੀਕ ਆ, ਜਿਹੜਾ ਕੁਝ ਪੁਲਿਸ ਨੇ ਕੀਤਾ ਠੀਕ ਆ। ਤਾਂ ਕਿਤੇ ਨਾ ਕਿਤੇ ਅਸੀਂ ਸਵਾਲ ਕਰਦੇ ਪੂਰੀ ਨਿਆਂ ਵਿਵਸਥਾ ਤੋਂ। ਉਸ ਤੋਂ ਬਾਅਦ ਕਿ ਧੀਰੇ ਹੌਲੀ ਹੌਲੀ ਮਾਮਲਾ ਹਾਈਲਾਈਟ ਹੁੰਦਾ, ਜਿਹੜੀਆਂ ਪੁਰਾਣੀਆਂ ਵੀਡੀਓਜ਼ ਨੇ, ਪੁਰਾਣੇ ਸੰਘਰਸ਼ਾਂ ਦੀਆਂ ਵੀਡੀਓ ਨੇ, ਉਹ ਲੋਕਾਂ ਅੱਗੇ ਸਾਹਮਣੇ ਆਉਂਦੇ ਤੇ ਬਹੁਤ ਵੱਡੀ ਸੰਖਿਆ ਦੇ ਵਿੱਚ ਲੋਕਾਂ ਨੂੰ ਕੀਤਾ ਜਾਂਦਾ। ਜਿਹੜੀ ਮੇਰੀ ਭੈਣ ਆ, ਉਹਨੇ ਬਹੁਤ ਮੁਸ਼ਕਲ ਦੇ ਨਾਲ ਮੀਡੀਆ ਚੈਨਲਾਂ ਕੋਲ ਜਾ ਕੇ, ਸੰਗਠਨਾਂ ਦੇ ਕੋਲ ਜਾ ਕੇ ਦੱਸਿਆ ਕਿ ਕਿਵੇਂ ਇਹਨਾਂ ਦਾ ਸਟਰਗਲ ਰਿਹਾ। ਜਾਂ ਮਨਦੀਪ ਨੇ, ਜਿਨ੍ਹਾਂ ਨੇ ਸਾਨੂੰ ਪਹਿਲਾਂ ਵੀ ਮਤਲਬ ਕਵਰ ਕੀਤਾ ਸੀਗਾ, ਜਾਂ ਕੁਝ ਹੋਰ ਚੈਨਲ ਸੀ, ਉਹਨਾਂ ਨੇ ਸਾਡੀ ਹਮਾਇਤ ਕੀਤੀ। ਹੌਲੀ ਹੌਲੀ ਇਹ ਮਾਮਲਾ ਇੰਟਰਨੈਸ਼ਨਲ ਲੈਵਲ ਤੇ ਚਲਿਆ ਗਿਆ। ਮਤਲਬ ਇੰਨਾ ਕਿ ਬਾਹਰ ਦੇ ਲੋਕਾਂ ਨੇ ਵੀ ਸਪੋਰਟ ਕਰਨਾ ਸ਼ੁਰੂ ਕੀਤਾ, ਤੇ ਫਿਰ ਇੰਨਾ ਕੁ ਜ਼ਿਆਦਾ ਪ੍ਰੈਸ਼ਰ ਪਿਆ ਸਰਕਾਰ ਤੇ ਕਿ ਪਹਿਲਾਂ ਜ਼ਮਾਨਤ ਰੱਦ ਹੋ ਜਾਂਦੀ ਹੈ, ਬਿਨਾਂ ਪ੍ਰੂਫ ਤੋਂ ਜ਼ਮਾਨਤ ਰੱਦ ਹੋ ਜਾਂਦੀ ਹੈ। ਪਰ ਜਦੋਂ ਜਨਤਾ ਸੜਕਾਂ ਤੇ ਆਉਂਦੀ ਹੈ, ਜਨਤਾ ਨੇ ਸਕੂਲ ਕਾਲਜ ਬੰਦ ਕੀਤੇ, ਜਨਤਾ ਨੇ ਇਹ ਕਿਹਾ ਕਿ ਅਸੀਂ ਹਰ ਚੀਜ਼ ਕਰਾਂਗੇ ਜਿੰਨਾ ਟਾਈਮ ਇਸ ਕੁੜੀ ਨੂੰ ਰਿਹਾ ਨਹੀਂ ਕਰਦੇ ਹੈਗੇ, ਤਾਂ ਉਸ ਤੋਂ ਬਾਅਦ ਕੀ ਹੁੰਦਾ ਕਿ ਦੋਨੋਂ ਤਰੀਕੇ ਨਾਲ ਪ੍ਰੈਸ਼ਰ ਪੈਂਦਾ, ਤੇ 1.5 ਮਹੀਨੇ ਬਾਅਦ ਜਿਹੜੀ ਮੇਰੀ ਜ਼ਮਾਨਤ ਹੋ ਜਾਂਦੀ ਹੈਗੀ ਆ। ਤੇ ਇਹਦੇ ਵਿੱਚ ਅਸੀਂ ਇਹ ਕਹਿੰਦੇ ਹਾਂ ਕਿ ਬਹੁਤ ਵੱਡੀ ਜਿਹੜੀ ਜਨਤਾ ਦੀ ਤਾਕਤ ਦੀ ਵਜ੍ਹਾ ਕਰਕੇ ਅੱਜ ਮੈਂ ਬਾਹਰ ਆ। ਤੇ ਜੇਕਰ 15 ਦਿਨ ਬਾਅਦ ਵੀ ਮੇਰਾ ਮੈਡੀਕਲ ਨਾ ਹੁੰਦਾ ਤਾਂ ਸ਼ਾਇਦ ਇਹ ਕਹਿ ਦੇਣਾ ਸੀ ਕਿ ਇਹ ਪੁਲਿਸ ਤੇ ਆਰੋਪ ਲਗਾ ਰਹੀ ਹੈਗੀ। 15 ਦਿਨ ਬਾਅਦ ਜਿਹੜਾ ਮੇਰਾ ਮੈਡੀਕਲ ਹੋਇਆ, ਉਹਦੇ ਵਿੱਚ ਇਹ ਪ੍ਰੂਫ ਹੋਇਆ ਕਿ ਬਹੁਤ ਬਰੂਟਲ ਤਰੀਕੇ ਨਾਲ ਕੁੱਟਿਆ ਮਾਰਿਆ ਗਿਆ। ਮੇਰੇ ਸਰੀਰ ਤੇ ਨਿਸ਼ਾਨ ਵੀ ਜਿਹੜੇ ਬਹੁਤ ਕੁਛ ਮਿਟ ਗਏ ਸੀ, ਕੁਛ ਰਹਿ ਗਏ ਸੀਗੇ। ਤੇ ਜਿਹੜੇ ਮਜ਼ਦੂਰ ਅਧਿਕਾਰ ਸੰਗਠਨ ਦੇ ਪ੍ਰੈਜ਼ੀਡੈਂਟ ਆ, 2 ਦਿਨ ਬਾਅਦ ਉਹਨਾਂ ਨੂੰ ਫੜਿਆ ਜਾਂਦਾ। ਉਹ ਮਤਲਬ ਵਾਸ਼ਰੂਮ ਕਰਨ ਲਈ ਜਾਂਦੇ ਨੇ ਕਿਸਾਨ ਅੰਦੋਲਨ ਦੇ ਵਿੱਚ ਕਿਤੇ, ਤੇ ਪੁਲਿਸ ਸਿਵਲ ਵਰਦੀ ਦੇ ਵਿੱਚ ਆਉਂਦੀ ਹੈ। ਜਦੋਂ ਵਾਸ਼ਰੂਮ ਤੋਂ ਬਾਹਰ ਨਿਕਲਦੇ ਨੇ ਤਾਂ ਉਹਨਾਂ ਦੇ ਅੱਖਾਂ ਤੇ ਪੱਟੀ ਬੰਨ੍ਹ ਕੇ, ਉਹਦਾ ਪੂਰਾ ਮੂੰਹ ਲਪੇਟ ਕੇ, ਦੋਨੇ ਤਰਫ ਤੇ ਗਨ ਲਗਾ ਕੇ ਉਹਨੂੰ ਲੈ ਕੇ ਜਾਇਆ ਜਾਂਦਾ ਕਿ ਜੇ ਤੂੰ ਆਵਾਜ਼ ਕੀਤੀ ਗੋਲੀ ਮਾਰ ਦਾਂਗੇ। ਮਤਲਬ ਕਿਤੇ ਨਾ ਕਿਤੇ ਇਹ ਲੱਗਦਾ ਕਿ ਇਹ ਤਾਂ ਅਪਹਰਨ ਸੀ, ਪੁਲਿਸ ਵੱਲੋਂ ਨਹੀਂ ਸੀਗਾ। ਕਿ ਜੇਕਰ ਤੁਹਾਨੂੰ ਪਤਾ ਹੈ ਕਿ ਇਹ ਦੋਸ਼ੀ ਨੇ, ਫਿਰ ਤੁਸੀਂ ਸਾਹਮਣੇ FIR ਕਰੋ, ਵਾਰੰਟ ਲੈ ਕੇ ਆਓ, ਤੁਸੀਂ ਸਬੂਤ ਵਿਖਾਓ ਵੀ ਆਹ ਤੁਹਾਡੇ ਤੇ ਧਾਰਾ ਲੱਗਦੀ ਹੈ, ਇਸੇ ਕਰਕੇ ਗ੍ਰਿਫਤਾਰ ਕਰ ਰਹੇ ਆ। ਬਿਨਾਂ ਧਾਰਾ ਤੁਸੀਂ ਗ੍ਰਿਫਤਾਰ ਕਰ ਰਹੇ ਹੋ, ਇਹਦੇ ਮਤਲਬ
ਪੂਰਾ ਦਾ ਪੂਰਾ ਇਹ ਪੂੰਜੀਪਤੀਆਂ ਦੇ ਹੱਕ ਵਿੱਚ, ਵੱਡੇ ਜ਼ਮੀਂਦਾਰਾਂ ਦੇ ਹੱਕ ਵਿੱਚ ਤੇ ਪੂਰੀ ਸਟੇਟ ਦਾ ਟੂਲ ਜਿਹੜੀ ਪੁਲਿਸ ਹੈਗੇ ਜਿਹੜੇ ਉਹਨਾਂ ਦੇ ਇਸ਼ਾਰਿਆਂ ਤੇ ਨੱਚ ਰਹੀ ਹੈਗੀ ਆ, ਜਿਹਦੀ ਵਜ੍ਹਾ ਕਰਕੇ ਮਜ਼ਦੂਰਾਂ ਤੇ ਹਮਲੇ ਕੀਤੇ ਜਾ ਰਹੇ ਆ। ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਅੱਜ ਮੈਨੂੰ ਜੇਲ੍ਹ ਤੋਂ ਬਾਹਰ ਕਢਵਾਇਆ, ਤੇ ਮੈਂ ਉਹਨਾਂ ਲੋਕਾਂ ਲਈ ਹਮੇਸ਼ਾ ਲੜਦੀ ਰਹੂੰਗੀ ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜ ਮੈਂ ਬਾਹਰ ਆ। ਇੱਕ ਤੁਹਾਡੇ ਤੇ ਕੇਸ ਕਿਹੜੇ ਦਰਜ ਹੋਏ? ਵੈਸੇ ਮੇਰੇ ਤੇ 14 ਧਾਰਾਵਾਂ ਲਗਾਈਆਂ ਗਈਆਂ, ਜਿਹਦੇ ਵਿੱਚੋਂ 3 ਬਹੁਤ ਵੱਡੀਆਂ ਨੇ। 307 ਹਾਫ ਮਰਡਰ ਦਾ, ਐਕਸਟੋਰਸ਼ਨ ਮਤਲਬ ਜਬਰਨ ਵਸੂਲੀ ਕਰਨਾ, ਸਨੈਚਿੰਗ ਹੈਗਾ ਕਿ ਹਥਿਆਰ ਛੀਨ ਲੈਣਾ ਪੁਲਿਸ ਵਾਲਿਆਂ ਤੋਂ, ਤੇ ਇਹ ਹੈ ਕਿ ਬਈ ਤੋੜ ਫੋੜ ਕਰਨਾ ਕੰਪਨੀ ਦੇ ਅੰਦਰ, ਤੇ ਲੋਕਾਂ ਨੂੰ ਭੜਕਾ ਕੇ ਮਤਲਬ ਪੁਲਿਸ ਵਾਲਿਆਂ ਤੇ ਅਟੈਕ ਕਰਨਾ ਔਨ ਡਿਊਟੀ। ਇਸ ਤਰੀਕੇ ਦੇ ਬਹੁਤ ਸਾਰੇ ਚਾਰਜ ਜਿਹੜੇ ਲਗਾਏ ਗਏ ਨੇ। ਇੱਕ ਕਿਸਾਨੀ ਸੰਘਰਸ਼ ਦੌਰਾਨ ਤੁਸੀਂ ਕੀ ਜਦੋਂ ਉੱਥੇ ਗਏ ਹੋ, ਕਿਸਾਨਾਂ ਨੇ ਜਾਂ ਕਿਸਾਨੀ ਲੀਡਰਾਂ ਨੇ ਇਹ ਸੁਣਨਾ ਚਾਹੀਏ ਵੀ ਪਹਿਲੇ ਸਟੈਪ ਤੇ ਤੁਹਾਡੀ ਸਪੋਰਟ ਨਹੀਂ ਕੀਤੀ ਪਰ ਬਾਅਦ ਚ ਉਹਨਾਂ ਨੇ ਕੀਤੀ, ਇਹ ਚ ਕੋਈ ਸ਼ੱਕ ਨਹੀਂ। ਇਹਦੇ ਚ ਕਿੰਨੀ ਕੁ ਸੱਚਾਈ ਹੈ? ਬਿਲਕੁਲ ਇਹਦੇ ਵਿੱਚ ਸੱਚਾਈ ਹੈਗੀ ਹੈ ਕਿਤੇ ਨਾ ਕਿਤੇ, ਕਿਉਂਕਿ ਜਿਸ ਟਾਈਮ ਤੇ ਅਸੀਂ ਕਿਸਾਨ ਅੰਦੋਲਨ ਦੀ ਸਪੋਰਟ ਦੇ ਵਿੱਚ ਨਾਲ ਆਪਣੇ ਕੰਮ ਕਰ ਰਹੇ ਸੀ, ਤੇ ਜਦੋਂ ਮੇਰੀ ਅਰੈਸਟਿੰਗ ਹੋਈ ਹੈ ਤਾਂ ਪੁਲਿਸ ਦੇ ਦੁਆਰਾ ਮਤਲਬ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਕੋਲ ਜਾਇਆ ਗਿਆ ਕਿ ਇਹ ਲੋਕ ਆ ਜਿਹੜੇ ਕਿਸਾਨ ਮੋਰਚੇ ਦਾ ਫਾਇਦਾ ਉਠਾ ਰਹੇ ਹੈਗੇ ਆ, ਆਪਣਾ ਸੰਗਠਨ ਬਣਾ ਰਹੇ ਹੈਗੇ ਆ, ਜਿਹੜਾ ਕਿ ਗਲਤ ਆ ਤੇ ਜਾਣਬੁੱਝੇ ਕਿਸਾਨ ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਤਾਂ ਕਰਕੇ ਤੁਸੀਂ ਇਹਨਾਂ ਤੇ ਵਾਹ ਵਾਸਤਾ ਨਾ ਰੱਖੋ ਜਾਂ ਫਿਰ ਇਹਨਾਂ ਦੀ ਸਪੋਰਟ ਵਿੱਚ ਨਾ ਬੋਲੋ। ਤਾਂ ਕਰਕੇ ਮੇਰੇ ਖਿਆਲ 'ਚ ਕੁਝ ਹੋਰ ਵੀ ਕਾਰਨ ਰਹੇ ਹੋ ਸਕਦੇ ਆ। ਪਹਿਲਾਂ ਕੋਈ ਇੰਨੀ ਸਪੋਰਟ ਨਹੀਂ ਹੈਗੀ ਸੀ, ਪਰ ਜਦੋਂ ਇੰਟਰਨੈਸ਼ਨਲ ਲੈਵਲ ਤੇ ਸਪੋਰਟ ਆਉਂਦੀ ਆ ਤਾਂ ਮੇਰੇ ਖਿਆਲ 'ਚ ਫਿਰ ਜਦੋਂ ਅਸਲ ਸੱਚਾਈ ਸਾਹਮਣੇ ਆਈ ਤਾਂ ਫਿਰ ਲੋਕਾਂ ਨੇ ਸਪੋਰਟ ਕਰਨਾ ਸ਼ੁਰੂ ਕੀਤਾ। ਤੇ ਇਹ ਕਿਤੇ ਨਾ ਕਿਤੇ ਇਹੀ ਹੈ ਕਿ ਸਾਨੂੰ ਦੋਨੋਂ ਪਹਿਲੂ ਦੇਖਣੇ ਚਾਹੀਦੇ ਆ, ਪੂਰਾ ਐਨਾਲਿਸਿਸ ਕਰਨਾ ਚਾਹੀਦਾ, ਖਾਸ ਤੇ ਜਿਹੜੇ ਉਹ ਲੋਕ ਆ ਜਿਹੜੇ ਸਾਡੇ ਆਗੂ ਨੇ, ਕਿ ਦੋਨੋਂ ਪੱਖ ਦੇਖਣ ਤੋਂ ਬਾਅਦ ਹੀ ਮਤਲਬ ਸਾਨੂੰ ਕੁਝ ਸਟੈਪ ਲੈਣਾ ਚਾਹੀਦਾ, ਕਿਉਂਕਿ ਹਾਂ ਜਾਂ ਨਾ, ਸੱਚ ਤੇ ਝੂਠ ਦੋ ਹੀ ਚੀਜ਼ਾਂ ਹੁੰਦੀਆਂ ਨੇ। ਤੇ ਇਸ ਲਈ ਸਾਨੂੰ ਕਦੇ ਵੀ ਸਰਕਾਰੀ ਬੰਦਿਆਂ ਤੇ, ਸਰਕਾਰ ਦੇ ਨੀਤੀਆਂ ਤੇ ਚੱਲਣ ਵਾਲੇ ਲੋਕਾਂ ਤੇ ਵਿਸ਼ਵਾਸ ਜਲਦੀ ਨਹੀਂ ਕਰਨਾ ਚਾਹੀਦਾ। ਇੱਕ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਤਾਂ ਲਾਇਆ ਜਾਂਦਾ, ਪਰ ਜਿਹੜੇ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਆ ਜਾਂ ਮਜ਼ਦੂਰਾਂ ਦੇ ਅਧਿਕਾਰਾਂ ਦੀ ਜਾਂ ਲੇਬਰ ਐਕਟ ਦੀ ਗੱਲ ਆ, ਉਹਦੇ ਇਹ ਜਿਹੜੇ ਮੁੱਦਾ ਉਹ ਗਾਇਬ ਹੋ ਜਾਂਦਾ ਤੇ ਸਿਰਫ ਇਕੱਲਾ ਕਿਸਾਨਾਂ ਦਾ ਮੁੱਦਾ ਹੀ ਰਹਿ ਗਿਆ। ਇਹ ਕਿਉਂ? ਦੇਖੋ ਜੀ, ਸਟਾਰਟਿੰਗ ਤੋਂ ਜੇਕਰ ਗੱਲ ਕਰੀਏ ਕਿ ਮਜ਼ਦੂਰਾਂ ਦੇ ਬਹੁਤ ਘੱਟ ਸੰਗਠਨ ਰਹੇ ਆ। ਪੰਜਾਬ ਦੀ ਵੀ ਜੇਕਰ ਗੱਲ ਕਰੀਏ, ਹਰਿਆਣਾ ਦੇ, ਯੂਪੀ ਬਿਹਾਰ ਦੇ ਵਿੱਚ ਬਹੁਤ ਹੈ ਹੀ ਨਹੀਂ ਮੇਰੇ ਖਿਆਲ 'ਚ, ਬਹੁਤ ਘੱਟ ਨੇ, ਇੱਕ ਅੱਧੋ ਨੇ ਹੈ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕਿਸਾਨ ਨੇ ਜਿਹੜੇ, ਉਹਨਾਂ ਦੇ ਇੱਕ ਤਾਂ ਮਾਨਸਿਕ ਤੌਰ ਤੇ ਉਹ ਇਹ ਨੇ ਕਿ ਹਾਂ ਅਸੀਂ ਕਰ ਸਕਦੇ ਹਾਂ, ਤੇ ਕਿਤੇ ਨਾ ਕਿਤੇ ਮਜ਼ਦੂਰਾਂ ਦੀ ਮਾਨਸਿਕਤਾ ਨੂੰ ਇੱਥੇ ਸੈੱਟ ਕੀਤਾ ਜਾਂਦਾ ਕਿ ਤੁਸੀਂ ਸਿਰਫ ਕੰਮ ਕਰਨ ਲਈ ਬਣਿਆ, ਤੁਸੀਂ ਆਪਣੇ ਅਧਿਕਾਰਾਂ ਦੀ ਲੜਾਈ ਨਹੀਂ ਲੜ ਸਕਦੇ, ਤੁਹਾਨੂੰ ਤਾਂ ਕਿਸਮਤ ਨਹੀਂ ਇਹੋ ਜਿਹਾ ਬਣਾਇਆ। ਤੇ ਕਿਤੇ ਨਾ ਕਿਤੇ ਉਹ ਮਾਨਸਿਕ ਗੁਲਾਮੀ ਦੀ ਵਜ੍ਹਾ ਕਰਕੇ ਵੀ ਇਹ ਕਾਰਨ ਹੈਗਾ। ਦੂਸਰਾ ਇਹ ਹੈ ਕਿ ਸੰਗਠਿਤ ਨਹੀਂ ਉਹਨਾਂ ਨੂੰ ਕੀਤਾ ਜਾ ਰਿਹਾ ਹੈਗਾ, ਉਹਨਾਂ ਨੂੰ ਸਮਝਾਇਆ ਨਹੀਂ ਜਾ ਰਿਹਾ ਹੈਗਾ, ਜਿਹਦੀ ਵਜ੍ਹਾ ਕਰਕੇ ਵੱਡੀ ਸੰਖਿਆ ਵਿੱਚ ਲੋਕ ਨਹੀਂ ਜਾ ਪਾਉਂਦੇ ਹੈਗੇ। ਹੁਣ ਜੇਕਰ ਗੱਲ ਕਰੀਏ, ਕ੍ਰਿਸ਼ੀ ਵਿਰੋਧੀ ਕਾਨੂੰਨ ਅੱਜ ਵਾਪਸ ਹੋਏ ਨੇ, ਬਹੁਤ ਵੱਡੀ ਜਿੱਤ ਹੋਈ ਆ ਅਸੀਂ ਕਹਿੰਦੇ ਆ, ਖਾਸ ਤੌਰ ਤੇ ਜਿਹੜੇ ਗਰੀਬ ਕਿਸਾਨ ਆ ਉਹਨਾਂ ਦੀ, ਜਿਨ੍ਹਾਂ ਨੇ ਸੰਘਰਸ਼ ਕੀਤਾ, ਉਹਨਾਂ ਦੇ ਜਿਹੜੇ ਸ਼ਹੀਦ ਹੋਏ ਉਹਨਾਂ ਕਿਸਾਨਾਂ ਦੀ। ਤਾਂ ਅਸੀਂ ਉਹਨਾਂ ਤੋਂ ਸਾਨੂੰ ਸਿੱਖ ਲੈਣੀ ਚਾਹੀਦੀ ਆ ਕਿ ਜੇਕਰ ਕਿਸਾਨ ਕ੍ਰਿਸ਼ੀ ਵਿਰੋਧੀ ਕਾਨੂੰਨ ਦੇ ਖਿਲਾਫ ਇਕੱਠੇ ਹੋ ਕੇ ਲੜ ਸਕਦੇ ਆ, ਫਿਰ ਮਜ਼ਦੂਰ ਕਿਉਂ ਨਹੀਂ? ਲੇਬਰ ਕੋਡ ਤਾਂ ਆਲਰੇਡੀ ਪਹਿਲਾਂ ਹੀ ਲਾਗੂ ਕੀਤੇ ਜਾ ਚੁੱਕੇ ਆ, 8 ਘੰਟੇ ਦੇ ਬਜਾਏ 12 ਘੰਟੇ ਪਹਿਲਾਂ ਹੀ ਕੰਮ ਕਰਵਾਇਆ ਜਾ ਰਿਹਾ ਹੈ, ਪਹਿਲਾਂ ਹੀ ਮਹਿਲਾ ਪੁਰਸ਼ ਦਾ ਵੇਤਨ ਬਰਾਬਰ ਨਹੀਂ। ਤਾਂ ਕਿਤੇ ਨਾ ਕਿਤੇ ਇੱਕ ਕਮੀ ਜ਼ਰੂਰ ਰਹੀ ਹੈ ਕਿ ਜਿਹੜੇ ਕੁਝ ਕੁ ਮਜ਼ਦੂਰ ਸੰਗਠਨ ਵੀ ਨੇ, ਉਹਨਾਂ ਨੂੰ ਗਰਾਊਂਡ ਦੇ ਵਿੱਚ ਜਾ ਕੇ ਮਜ਼ਦੂਰਾਂ ਨੂੰ ਸਮਝਾਉਣਾ ਚਾਹੀਦਾ, ਉਹਨਾਂ ਨੂੰ ਮੋਬਿਲਾਈਜ਼ ਕਰਨਾ ਚਾਹੀਦਾ। ਅਸੀਂ ਇਹ ਜ਼ਰੂਰ ਮੰਨਦੇ ਆ ਕਿ ਜਿੰਨਾ ਸੰਘਰਸ਼, ਜਿੰਨਾ ਲੰਬਾ ਅੰਦੋਲਨ ਕਿਸਾਨ ਲੈ ਕੇ, ਉਹਨਾਂ ਮਜ਼ਦੂਰ ਨਹੀਂ ਲੈ ਕੇ ਜਾ ਸਕਦੇ, ਕਿਉਂਕਿ ਉਹਨਾਂ ਕੋਲ ਆਰਥਿਕ ਇੰਨੇ ਸੋਰਸ ਨਹੀਂ ਹੈਗੇ ਕਿ ਉਹ ਇੰਨਾ ਲੰਬਾ ਅੰਦੋਲਨ ਚਲਾ ਸਕਣ। ਪਰ ਫਿਰ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਵੱਡੀ ਸੰਖਿਆ ਵਿੱਚ ਜੇਕਰ ਅਸੀਂ ਕਿਸਾਨ ਅੰਦੋਲਨ ਦੇ ਨਾਲ ਖੜੇ ਹੁੰਦੇ ਜਾਂ ਫਿਰ ਅਸੀਂ ਵੱਡੀ ਸੰਖਿਆ ਵਿੱਚ ਜਾਂਦੇ, ਤਾਂ ਸਟਾਰਟਿੰਗ ਦੇ ਵਿੱਚ 8 ਮੰਗਾਂ ਸੀ, ਜਿਹਦੇ ਵਿੱਚ ਲੇਬਰ ਕੋਡ ਵੀ ਸ਼ਾਮਿਲ ਕੀਤਾ ਗਿਆ ਸੀ, ਪਰ ਉਸ ਤੋਂ ਬਾਅਦ ਵਿੱਚ ਆ ਕੇ ਸਿਰਫ 2 ਹੀ ਮੰਗਾਂ ਰਹਿ ਗਈਆਂ ਸੀ, MSP ਤੇ ਜਿਹੜਾ 3 ਕ੍ਰਿਸ਼ੀ ਕਾਨੂੰਨ। ਤੇ ਅਸੀਂ ਕਹਿੰਦੇ ਹਾਂ ਕਿ ਹੁਣ ਵੀ ਮੈਨੂੰ ਲੱਗਦਾ ਕਿ ਇਹਦੇ ਵਿੱਚ ਜੇਕਰ ਲੇਬਰ ਕੋਡ ਸ਼ਾਮਿਲ ਹੁੰਦਾ ਤਾਂ ਵੱਡੀ ਸੰਖਿਆ ਵਿੱਚ ਮਜ਼ਦੂਰਾਂ ਨੂੰ ਜਾਣਾ ਚਾਹੀਦਾ, ਮਜ਼ਦੂਰ ਲੀਡਰਾਂ ਨੂੰ ਜਾਣਾ ਚਾਹੀਦਾ, ਕਿਉਂਕਿ ਅੱਜ ਸਮਾਂ ਮੰਗ ਕਰਦਾ ਕਿ ਬਿਨਾਂ ਇਕੱਠੇ ਹੋਇਆ ਤਾਂ ਕੁਛ ਨਹੀਂ ਬਣਨਾ। ਚਾਹੇ ਅਸੀਂ ਕਿਸਾਨਾਂ ਦੀ ਗੱਲ ਕਰੀਏ, ਚਾਹੇ ਮਜ਼ਦੂਰਾਂ, ਚਾਹੇ ਮੁਸਲਿਮ, ਚਾਹੇ ਆਦੀਵਾਸੀ ਨੇ, ਚਾਹੇ ਮਹਿਲਾਵਾਂ ਨੇ, ਕਿਉਂਕਿ ਕਿਸਾਨਾਂ ਦੀਆਂ ਮਜਬੂਰੀਆਂ ਜਿਹੜੀਆਂ ਹੋਰ ਵੀ ਨੇ। ਜਿਵੇਂ ਅਸੀਂ ਕਿਸਾਨਾਂ ਦੀ ਗੱਲ ਕਰੀਏ, 3 ਕ੍ਰਿਸ਼ੀ ਵਿਰੋਧੀ ਕਾਨੂੰਨ ਪਹਿਲਾਂ ਨਹੀਂ ਹੈਗੇ ਸੀ, MSP ਦੀ ਗਰੰਟੀ ਲਈ ਪਹਿਲਾਂ ਵੀ ਲੜਾਈ ਚੱਲ ਰਹੀ ਸੀ, ਅੱਜ ਵੀ ਹਜੇ ਪੂਰੀ ਨਹੀਂ ਹੋਈ ਹੈਗੀ।
ਮੰਨ ਲਓ ਇਹ ਕਾਨੂੰਨ ਜਿੱਤੇ ਵੀ ਜਾਂਦੇ ਨੇ, ਅਸੀਂ ਲੜਾਈ ਜਿੱਤੀ ਵੀ ਜਾਂਦੀ, ਉਸ ਤੋਂ ਬਾਅਦ ਵੀ ਬਹੁਤ ਕਰਜ਼ੇ ਨੇ ਲੋਕਾਂ ਤੇ, ਬਹੁਤ ਸਾਰੀਆਂ ਸਟਰਗਲ ਹਜੇ ਲੜਨੀਆਂ ਪੈਣੀਆਂ ਨੇ, ਬਹੁਤ ਲੜਾਈ ਕਰਨੀ ਪੈਣੀ ਆ। ਤੇ ਇਸ ਲਈ ਜ਼ਰੂਰਤ ਹੈ ਕਿ ਸਾਨੂੰ ਇਕੱਠੇ ਹੋਣਾ ਚਾਹੀਦਾ। ਤੇ ਜਿਹੜਾ ਕਿਸਾਨ ਮਜ਼ਦੂਰ ਏਕਤਾ ਦਾ ਨਾਂ ਲੱਗਣ ਲੱਗਿਆ, ਬਹੁਤ ਜ਼ਿਆਦਾ ਸੰਘਰਸ਼ ਦੇ 1 ਸਾਲ ਦੇ ਦੌਰਾਨ ਇਹ ਮਾਨਸਿਕਤਾ ਬਣੀ ਆ ਕਿ ਹਾਂ ਮਜ਼ਦੂਰਾਂ ਨੂੰ ਨਾਂ ਲੈਣਾ ਚਾਹੀਦਾ। ਤੇ ਇੱਥੋਂ ਤੱਕ ਸੀਮਤ ਨਾ ਰਹਿੰਦੇ ਹੋਏ ਸਾਨੂੰ ਅੱਗੇ ਵਧਣਾ ਚਾਹੀਦਾ। ਮਜ਼ਦੂਰਾਂ ਤੇ ਕਿਸਾਨਾਂ ਦੇ ਪਾੜੇ ਨੂੰ ਘੱਟ ਕਰਦੇ ਹੋਏ ਸਾਨੂੰ ਮਤਲਬ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਪੈਣਾ, ਕਿਉਂਕਿ ਇਸ ਤੋਂ ਬਿਨਾਂ ਕੋਈ ਹੱਲ ਹੈ ਨਹੀਂ ਹੈਗਾ। ਤੁਸੀਂ ਪੰਜਾਬ ਤੋਂ ਬਿਲੋਂਗ ਕਰਦੇ ਹੋ, ਜਿਹੜੀ ਲੜਾਈ ਆ ਉਹ ਕੁੰਡਲੀ ਬਾਰਡਰ ਤੇ ਜਾਂ ਉਸ ਏਰੀਆ 'ਚ ਹਰਿਆਣੇ 'ਚ ਕਰ ਰਹੇ ਹੋ। ਪੰਜਾਬ 'ਚ ਲੜਾਈ ਕਦੋਂ ਸ਼ੁਰੂ ਕਰ ਰਹੇ ਹੋ? ਕਿਉਂਕਿ ਪੰਜਾਬ 'ਚ ਸੰਗਠਨ ਬਹੁਤ ਨੇ ਮਜ਼ਦੂਰਾਂ ਦੇ, ਪਰ ਗਰਾਊਂਡ ਲੈਵਲ ਤੇ ਜਿਹੜਾ ਕੰਮ ਉਹ ਕਿਤੇ ਨਜ਼ਰ ਨਹੀਂ ਆ ਰਿਹਾ ਮਜ਼ਦੂਰਾਂ ਦੇ ਹੱਕਾਂ ਵਾਸਤੇ। ਕੀ ਲੱਗਦਾ ਤਾਂ ਆਉਣ ਵਾਲੇ ਸਮੇਂ 'ਚ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਬਿਲਕੁਲ, ਇਹ ਬਹੁਤ ਵਧੀਆ ਸਵਾਲ ਆ ਤੁਹਾਡਾ, ਕਿਉਂਕਿ ਦੇਖਿਆ ਜਾਵੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਯੂਨੀਅਨਾਂ ਨੇ, ਬਹੁਤ ਜ਼ਿਆਦਾ ਸੰਗਠਨ ਨੇ, ਚਾਹੇ ਉਹ ਕਿਸਾਨਾਂ ਦੀਆਂ ਹੋਣ, ਚਾਹੇ ਉਹ ਮਜ਼ਦੂਰਾਂ ਦੀਆਂ ਹੋਣ, ਚਾਹੇ ਉਹ ਸਟੂਡੈਂਟਸ ਦੀਆਂ ਹੋਣ। ਤੇ ਕਿਤੇ ਨਾ ਕਿਤੇ ਜ਼ਮੀਨੀ ਸਤਰ ਤੇ ਬਹੁਤ ਘੱਟ ਸੰਗਠਨ ਕੰਮ ਕਰ ਰਹੇ ਆ। ਮਤਲਬ ਗਿਣੇ ਚੁਣਵੇਂ ਬਹੁਤ ਅੱਛਾ ਕੰਮ ਕਰ ਰਹੇ ਨੇ ਜਿਹੜੇ ਲੋਕਾਂ ਦੇ ਸੱਚੀਓ ਹਾਲਤਾਂ ਦੀ ਗੱਲ ਕਰਦੇ ਆ, ਪਰ ਜ਼ਿਆਦਾਤਰ ਏਰੀਏ ਹੈਗੇ ਆ ਜਿਨ੍ਹਾਂ ਦੇ ਵਿੱਚ ਕੋਈ ਵੀ ਯੂਨੀਅਨ ਹੈ ਨਹੀਂ ਹੈਗੀ। ਜੇ ਕੋਈ ਹੈਗੀ ਹੈ ਤਾਂ ਉਹਨਾਂ ਦੇ ਕੋਈ ਜ਼ਿਆਦਾ ਆਵਾਜ਼ ਚੁੱਕੀ ਨਹੀਂ ਜਾਂਦੀ। ਮੁਕਤਸਰ ਏਰੀਏ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਕੋਈ ਦਾ ਕੰਮ ਹੈ ਨਹੀਂ ਹੈਗਾ, ਜੇਕਰ ਹੈਗਾ ਵੀ ਤਾਂ ਉਸ ਤਰੀਕੇ ਦੇ ਨਾਲ ਨਹੀਂ ਹੈਗਾ। ਹੋਰ ਵੀ ਬਹੁਤ ਸਾਰੇ ਏਰੀਆ ਅਸੀਂ ਹੁਣ ਇਹ ਉਪਰਾਲਾ ਕਰ ਰਹੇ ਹਾਂ ਜਲਦੀ ਹੀ ਕਿ ਜਿੰਨੇ ਕਿਸਾਨ ਲੀਡਰਸ ਨੇ ਉਹਨਾਂ ਨਾਲ ਮਜ਼ਦੂਰ ਲੀਡਰ ਨੇ ਉਹਨਾਂ ਨਾਲ ਮਿਲਿਆ ਜਾਵੇ, ਤੇ ਖਾਸ ਤੌਰ ਤੇ ਉਹਨਾਂ ਯੂਥ ਦੇ ਨਾਲ, ਉਹਨਾਂ ਲੋਕਾਂ ਨਾਲ ਜ਼ਰੂਰ ਮਿਲਿਆ ਜਾਵੇ ਜਿਹੜੇ ਕੁਝ ਕਹਿੰਦੇ ਆ ਕਿ ਹਾਂ ਅਸੀਂ ਬਦਲਾਵ ਚਾਹੁੰਦੇ ਹਾਂ, ਅਸੀਂ ਮਜ਼ਦੂਰਾਂ ਦੀ ਕੁਝ ਚੰਗੀਆਂ ਚੀਜ਼ਾਂ ਚਾਹੁੰਦੇ ਹਾਂ। ਅਸੀਂ ਉਹਨਾਂ ਨੂੰ ਵੀ ਮਿਲਾ ਕੇ ਨਵਾਂ ਸੰਗਠਨ ਜਿਹੜਾ ਜ਼ਮੀਨੀ ਸਤਰ ਤੇ ਗਰਾਊਂਡ ਲੈਵਲ ਤੇ ਖੜਾ ਕਰਾਂਗੇ, ਜਿਹਦੇ ਵਿੱਚ ਮਜ਼ਦੂਰਾਂ ਦੀਆਂ ਖਾਸ ਮੁੱਦਿਆਂ ਤੇ ਗੱਲ ਕੀਤੀ ਜਾਊਗੀ ਤੇ ਲੜਾਈ ਸਿੱਧੀ ਲੜੀ ਜਾਊਗੀ, ਕਿਉਂਕਿ ਆਰ ਪਾਰ ਦੀ ਲੜਾਈ ਆ, ਮਜ਼ਦੂਰਾਂ ਕੋਲ ਕੁਝ ਬਚਦਾ ਨਹੀਂ ਹੈਗਾ ਬਿਨਾਂ ਲੜੇ। ਤੇ ਜਲਦੀ ਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੁਣ ਅਸੀਂ ਕੋਈ ਨਵਾਂ ਸੰਗਠਨ ਅਸੀਂ ਲੈ ਕੇ ਆਵਾਂਗੇ ਜਿਹਦੇ ਵਿੱਚ ਖਾਸ ਤੌਰ ਤੇ ਯੂਥ ਤੇ ਮਹਿਲਾਵਾਂ ਨੂੰ ਖਾਸ ਤੌਰ ਤੇ ਸਪੇਸ ਦਿੱਤੀ ਜਾਊਗੀ ਤੇ ਜ਼ਮੀਨੀ ਸਤਰ ਤੇ ਜਿਹੜੇ ਕੰਮ ਕਰਨ ਵਾਲੇ ਮਜ਼ਦੂਰ ਨੂੰ ਸਪੇਸ ਦਿੱਤੀ ਜਾਊਗੀ। ਜਲਦੀ ਹੀ ਅਸੀਂ ਮੇਰੇ ਖਿਆਲ 'ਚ ਕੰਮ ਖੜਾ ਕਰਾਂਗੇ ਤੇ ਅਸੀਂ ਅਨਾਉਂਸ ਵੀ ਕਰਾਂਗੇ। ਕੀ ਆਉਣ ਵਾਲੇ ਸਮੇਂ 'ਚ ਕੋਈ ਰਾਜਨੀਤੀ 'ਚ ਆਉਣ ਦਾ ਤੁਹਾਡਾ ਵਿਚਾਰ ਹੈ? ਬਿਲਕੁਲ ਨਹੀਂ। ਮਤਲਬ ਜੇਕਰ ਰਾਜਨੀਤੀ ਦੀ ਗੱਲ ਕਰੀਏ, ਰਾਜਨੀਤੀ ਸਾਰੇ ਕਰ ਰਹੇ ਆ, ਮੈਂ ਵੀ ਰਾਜਨੀਤੀ ਕਰ ਰਹੀ ਹਾਂ, ਪਰ ਵੋਟ ਪੋਲਿਟਿਕਸ ਮੈਂ ਨਹੀਂ ਕਰਨਾ ਚਾਹੁੰਦੀ, ਕਿਉਂਕਿ ਅੱਜ ਦੇ ਟਾਈਮ ਤੇ ਜਿਹੜੀ ਵੋਟ ਪੋਲਿਟਿਕਸ ਹੋ ਰਹੀ ਆ ਉਹ ਇੰਨੀ ਕੁ ਜ਼ਿਆਦਾ ਖਰਾਬ, ਬਾਕੀ ਜਨਤਾ ਨੂੰ ਲੁੱਟਣ ਦਾ ਢੰਗ ਆ ਇੱਕ, ਕਿਉਂਕਿ ਲੋਕਾਂ ਨੂੰ ਝਾਂਸਿਆਂ ਵਿੱਚ ਫਸਾ ਲਿਆ ਜਾਂਦਾ ਤੇ ਉਸ ਤੋਂ ਬਾਅਦ ਮੁਨਕਰ ਹੋ ਜਾਂਦੇ ਆ, ਉਸ ਤੋਂ ਬਾਅਦ ਝੂਠ ਬੋਲਿਆ ਜਾਂਦਾ ਹੈਗਾ, ਜਾਂ ਫਿਰ ਜਨਤਾ ਦੇ ਘਰ ਤੱਕ ਜਾਇਆ ਨਹੀਂ ਜਾਂਦਾ ਹੈਗਾ। ਤੇ ਅਸੀਂ ਇਹ ਕਹਿੰਦੇ ਹਾਂ ਕਿ ਜੇਕਰ ਅੱਜ ਸਾਨੂੰ ਜਨਤਾ ਨੇ ਆਪਣੇ ਹੱਥਾਂ ਤੇ ਚੱਕਿਆ, ਜੇਕਰ ਸਾਡੀ ਜਨਤਾ ਕੁਛ ਉਮੀਦ ਕਰਦੀ ਹੈ ਕਿ ਹਾਂ ਇਹ ਕੁਝ ਚੰਗਾ ਕਰਨਗੇ, ਤਾਂ ਅਸੀਂ ਉਸ ਨਾਮ ਨੂੰ, ਅਸੀਂ ਉਸ ਚਿਹਰੇ ਨੂੰ ਕਦੇ ਖਰਾਬ ਨਹੀਂ ਕਰਨਾ ਚਾਹੁੰਦੇ। ਜਿਹੜੇ ਚਿਹਰੇ ਆਲਰੇਡੀ ਕੁਝ ਇੱਕ ਪਲੇਟਫਾਰਮ ਤੇ ਆਉਂਦੇ ਨੇ, ਲੋਕ ਉਹਨਾਂ ਨੂੰ ਉੱਪਰ ਚੱਕਦੇ ਨੇ, ਫਿਰ ਇੱਕ ਟਾਈਮ ਤੇ ਜਾ ਕੇ ਉਹਨਾਂ ਦਾ ਚਿਹਰਾ ਇੰਨਾ ਖਰਾਬ ਹੋ ਜਾਂਦਾ ਕਿ ਲੋਕ ਕਿਸੇ ਤੇ ਵਿਸ਼ਵਾਸ ਨਹੀਂ ਕਰ ਸਕਦੇ ਹੈਗੇ। ਤਾਂ ਕਦੇ ਵੀ ਮੈਂ ਵੋਟ ਪੋਲਿਟਿਕਸ ਵਿੱਚ ਕਦੇ ਨਹੀਂ ਆਊਂਗੀ। ਮੈਂ ਹਮੇਸ਼ਾ ਜਨਤਾ ਦੀ ਆਵਾਜ਼ ਬਣਦੀ ਰਹੂੰਗੀ, ਕਿਉਂਕਿ ਅੱਜ ਪੂਰੇ ਦੇਸ਼ ਭਰ ਦੇ ਵਿੱਚ ਲਗਾਤਾਰ ਅਟੈਕ ਵੱਧ ਰਹੇ ਨੇ, UAPI ਦੀਆਂ ਘਟਨਾਵਾਂ ਆ ਰਹੀਆਂ ਨੇ। ਹੋ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਵੀ ਸੈਡੀਸ਼ਨ ਚਾਰਜ ਲਗਾਏ ਜਾ ਸਕਦੇ, UAPI ਲਗਾਈ ਜਾ ਸਕਦੀ ਆ। ਇਹ ਕਿਹਾ ਜਾ ਸਕਦਾ ਕਿ ਇਹ ਦੇਸ਼ ਧਰੋਹੀ ਨੇ, ਪਰ ਫਿਰ ਵੀ ਮੈਨੂੰ ਲੱਗਦਾ ਕਿ ਜਿੰਨਾ ਜ਼ਿਆਦਾ ਇਹ ਅਟੈਕ ਆ ਉਹਨਾਂ ਜ਼ਿਆਦਾ ਬੋਲਣਾ ਜ਼ਰੂਰੀ ਹੈ, ਕਿਉਂਕਿ ਜਦੋਂ ਖਤਰਾ ਸਰਕਾਰ ਨੂੰ ਦਿਖਦਾ ਉਦੋਂ ਹੀ ਉਹ ਹੱਥਾਂ ਉਹਨੂੰ ਪੈਂਦੀ ਹੈ, ਫਿਰ ਹੀ ਇਹੋ ਜਿਹੇ ਕਾਨੂੰਨ ਆਉਂਦੇ ਨੇ। ਤੇ ਅਸੀਂ ਹਮੇਸ਼ਾ ਲੋਕਾਂ ਦੇ ਹਿੱਤਾਂ ਦੇ ਵਿੱਚ ਕੰਮ ਕਰਾਂਗੇ, ਇਹੋ ਜਿਹੀ ਰਾਜਨੀਤੀ ਨਹੀਂ ਕਰਾਂਗੇ ਜਿਹੜੀ ਲੋਕਾਂ ਦੇ ਖਿਲਾਫ ਆ। ਲੋਕਾਂ ਲਈ ਜਿਹੜੀ ਚੰਗੀ ਰਾਜਨੀਤੀ ਉਹ ਅਸੀਂ ਕਰਾਂਗੇ। ਮੇਰੀ ਕਈ ਪੰਜਾਬ ਦੇ ਜਿਹੜੇ ਮਤਲਬ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨਾਲ ਗੱਲ ਹੋਈ ਆ, ਉਹ ਇਹ ਗੱਲ ਮਹਿਸੂਸ ਕਰਦੇ ਨੇ ਤੇ ਦੱਬੀ ਜ਼ਬਾਨ ਨਾਲ ਕਹਿੰਦੇ ਨੇ ਵੀ ਜਿਹੜੇ ਕਿਸਾਨ ਅਤਿਆਚਾਰ ਮਜ਼ਦੂਰਾਂ ਤੇ, ਪੰਜਾਬ ਦੇ ਮਜ਼ਦੂਰਾਂ ਤੇ ਕਰਦੇ ਸੀ, ਹੁਣ ਉਹ ਘਟਨਾਵਾਂ ਵੱਧ ਜਾਣੀਆਂ, ਕਿਉਂਕਿ ਉਹਨਾਂ ਨੇ ਸਰਕਾਰ ਤੋਂ ਹੱਕ ਲੈ ਲਏ, ਉਹ ਇਕੱਠੀਆਂ ਵੀ ਹੋ ਗਏ ਤੇ ਉਹ ਹੁਣ ਜਿਹੜੀਆਂ ਅਤਿਆਚਾਰ ਦੀਆਂ ਘਟਨਾਵਾਂ ਉਹ ਵੱਧ ਸਕਦੀਆਂ ਮਜ਼ਦੂਰਾਂ ਤੇ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਕਿਉਂਕਿ ਪਹਿਲਾਂ ਵੀ ਘਟਨਾਵਾਂ ਵਾਪਰ ਰਹੀਆਂ ਸੀ। ਹੁਣ ਜੇਕਰ ਗਰੀਬ ਕਿਸਾਨਾਂ ਦੀ ਗੱਲ ਕਰੀਏ, ਉਹ ਤਾਂ ਪਹਿਲਾਂ ਹੀ ਮਜ਼ਦੂਰਾਂ ਵਰਗੇ ਨੇ ਮਾਰੇ ਹੋਏ ਨੇ। ਕਿਤੇ ਨਾ ਕਿਤੇ ਉਹ ਮਾਨਸਿਕਤਾ ਜਿਹੜੀ ਹੈਗੀ ਆ ਕਿ ਅਸੀਂ ਤਾਂ ਮਤਲਬ ਵੱਡੇ ਨੇ, ਅਸੀਂ ਤਕੜੇ ਹਾਂ, ਇਹ ਬਰਾਬਰ ਨਹੀਂ ਆ ਸਕਦੇ। ਪਰ ਇਸ ਅੰਦੋਲਨ ਦੇ ਵਿੱਚ ਉਹ ਚੀਜ਼ ਘਟੀ ਆ, ਹੈ ਨਾ। ਜਿਹੜੇ ਛੋਟੇ ਕਿਸਾਨ ਆ ਉਹ ਕਿਤੇ ਨਾ ਕਿਤੇ ਹਮਾਇਤ ਕਰਦੇ ਆ ਮਜ਼ਦੂਰਾਂ ਦੀ, ਪਰ ਜਿਹੜੀ ਜਾਗੀਰਦਾਰੀ ਮਾਨਸਿਕਤਾ ਹੈਗੀ ਆ, ਜਿਹੜੇ ਵੱਡੇ ਜ਼ਮੀਂਦਾਰ ਆ, ਉਹ ਹਮੇਸ਼ਾ ਹਰੇਕ ਪਿੰਡਾਂ ਦੇ ਵਿੱਚ ਉਹਨਾਂ ਦਾ ਹੋਲਡ ਹੁੰਦਾ ਤੇ ਉਹ ਅਟੈਕ ਵੀ ਕਰਦੇ ਆ।
ਸਮਾਜਿਕ ਬੰਦਿਸ਼ਾਂ ਵੀ ਲਗਾਈਆਂ ਜਾਂਦੀਆਂ ਹੈਗੀਆਂ ਵੀ ਜਿਹੜੇ ਵੱਧ ਦਿਹਾੜੀ ਦੀ ਮੰਗ ਕਰਦੇ ਆ, ਜਾਂ ਫਿਰ ਜਿਹੜੇ ਕਿਸੇ ਅਮੀਰ ਕੁੜੀ ਦੇ ਨਾਲ ਛੋਟੇ ਗਰੀਬ ਨੇ ਵਿਆਹ ਕਰਾ ਲਿਆ, ਮਜ਼ਦੂਰ ਨੇ ਵਿਆਹ ਕਰਾ ਲਿਆ, ਉਹਨਾਂ ਦਾ ਪੂਰੇ ਸਮਾਜ ਦਾ ਬਹਿਸ਼ਕਾਰ ਕਰੋ, ਸਮਾਜਿਕ ਬੰਦਿਸ਼ ਲਗਾ ਦਿਓ, ਇਹਨਾਂ ਨੂੰ ਕੋਈ ਕੁਝ ਦੇਊਗਾ ਨਹੀਂ, ਇਹਨਾਂ ਨੂੰ ਕੋਈ ਨੌਕਰੀ ਨਹੀਂ ਦੇਊਗਾ, ਕਿਸੇ ਕੋਈ ਖੇਤਨ 'ਚ ਵੜ ਨਹੀਂ ਦੇਊਗਾ। ਤਾਂ ਇਹ ਚੀਜ਼ਾਂ ਨੂੰ ਮਤਲਬ ਬਹੁਤ ਸਮਝਣ ਦੀ ਜ਼ਰੂਰਤ ਆ ਤੇ ਸੱਚਿਓ ਇਹ ਲੜਾਈ ਹੈਗੀ ਆ। ਅੱਜ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਕਿਉਂ ਖੜੇ ਆ? ਕਿਉਂਕਿ ਉੱਥੇ ਜੱਟਵਾਦ ਨਾ ਫੈਲਾ ਕੇ ਸਿਰਫ ਕਿਸਾਨਾਂ ਦੀ ਗੱਲ ਕੀਤੀ ਗਈ ਆ, ਤੇ ਨਾਲ ਹੀ ਜਦੋਂ ਵੱਡਾ ਦੁਸ਼ਮਣ ਫਿਲਹਾਲ ਸਾਰਿਆਂ ਤੇ ਅਟੈਕ ਕਰ ਰਿਹਾ, ਅਸੀਂ ਵੱਡੇ ਦੁਸ਼ਮਣ ਨੂੰ ਹਰਾਉਣ ਦੇ ਲਈ ਸਾਰਿਆਂ ਦੇ ਨਾਲ ਇੱਕ ਆ। ਪਰ ਅਸੀਂ ਗਰਾਊਂਡ ਦੀ ਜੇਕਰ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਹਮਲੇ ਮਜ਼ਦੂਰਾਂ ਤੇ ਹੈਗੇ ਨੇ। ਸਾਡੇ ਪਿੰਡ ਦੇ ਵਿੱਚ ਹੀ ਜੇਕਰ ਮੈਂ ਗੱਲ ਕਰਾਂ, ਮੈਂ ਸੁਣੀ ਸੁਣਾਈ ਨਾ ਗੱਲ ਕਰਾਂ, ਮੈਂ ਅੱਖੀਂ ਦੇਖੀਆਂ ਗੱਲਾਂ ਹੀ ਕਰਾਂ ਕਿ ਮਹਿਲਾਵਾਂ ਦੇ ਨਾਲ ਬਹੁਤ ਬੁਰਾ ਤਰੀਕੇ ਨਾਲ ਵਿਹਾਰ ਕੀਤਾ ਜਾਂਦਾ, ਗਾਲਾਂ ਦਿੱਤੀਆਂ ਜਾਂਦੀਆਂ ਕਿ ਸਾਡੀ ਵੱਟ ਢਾਤੀ, ਸਾਡੀ ਫਸਲ ਮਿੱਧੀ, ਇਸ ਤਰੀਕੇ ਦੀਆਂ। ਤੇ ਉਹ ਚੀਜ਼ਾਂ ਜੇਕਰ ਨਾ ਘਟਣਗੀਆਂ ਤਾਂ ਮੇਰੇ ਖਿਆਲ 'ਚ ਸਰਕਾਰ ਨੂੰ ਤਾਂ ਮੌਕਾ ਚਾਹੀਦਾ ਹੀ ਅਟੈਕ ਕਰਨ ਦਾ, ਕਿ ਜੇਕਰ ਕਿਸਾਨ ਵੀ ਆਪਣੇ ਹਾਲਾਤ ਸੁਧਾਰਨਾ ਚਾਹੁੰਦੇ ਨੇ ਤਾਂ ਮੈਨੂੰ ਲੱਗਦਾ ਕਿ ਜਿਹੜੀ ਜ਼ਗੀਰਦਾਰੀ ਮਾਨਸਿਕਤਾ, ਜਿਹੜੀ ਬ੍ਰਾਹਮਣਵਾਦੀ ਮਾਨਸਿਕਤਾ ਹੈਗੀ ਆ, ਜਿਹੜੀ ਫੈਲਾਈ ਗਈ ਆ ਸਾਡੇ ਸਿੱਖਾਂ ਦੇ ਵਿੱਚ, ਜਿਹੜੀ ਪੈਦਾ ਕੀਤੀ ਗਈ, ਉਹਨੂੰ ਖਤਮ ਕਰਨਾ ਚਾਹੀਦਾ। ਕਿਉਂਕਿ ਜੇਕਰ ਅਸੀਂ ਕਹਿੰਦੇ ਸੱਚੇ ਸਿੱਖ ਹਾਂ, ਸਭ ਤੋਂ ਪਹਿਲਾਂ ਤੁਸੀਂ ਸਿੱਖ ਹਾਂ ਤਾਂ ਫਿਰ ਉਹ ਜਿਹੜੀ ਜਾਤ ਪਾਤ ਨੂੰ ਛੱਡਣਾ ਪੈਣਾ। ਜੇਕਰ ਤੁਸੀਂ ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਸਾਡੇ ਗੁਰੂ ਨੇ, ਤੁਸੀਂ ਕਹਿੰਦੇ ਆ ਕਿ ਬਾਬਾ ਜੀਵਨ ਸਿੰਘ ਸਾਡੇ ਗੁਰੂ ਨੇ, ਗੁਰੂ ਨਾਨਕ ਸਾਡੇ ਗੁਰੂ ਨੇ, ਤਾਂ ਉਹਨਾਂ ਨੇ ਇਹੀ ਕਿਹਾ ਕਿ ਜਾਤ ਪਾਤ ਤੋਂ ਉੱਪਰ ਉੱਠੋ। ਆ ਜਿਹੜੀ ਲੰਗਰ ਪ੍ਰਥਾ ਇਹ ਕੀ ਆ? ਲੰਗਰ ਪ੍ਰਥਾ ਦੇ ਵਿੱਚ ਇਹੀ ਦੱਸਿਆ ਗਿਆ ਕਿ ਜਿਹੜੇ ਕਿਸੇ ਵੀ ਜਾਤ ਕੋਈ ਵੀ ਆ, ਅਸੀਂ ਕਹਿੰਦੇ ਸਾਰੇ ਬਰਾਬਰ ਨੇ ਸਾਡੇ ਲਈ। ਸਿੱਖ ਧਰਮ ਹੀ ਇਹ ਬਣਿਆ ਸੀਗਾ ਕਿ ਜਾਤਾਂ ਪਾਤਾਂ ਖਤਮ ਕਰਕੇ ਇੱਕ ਲੜਨ ਵਾਲੀ ਫੌਜ ਬਣਾਈ ਜਾਵੇ ਜਿਹੜੀ ਸ਼ੋਸ਼ਣ ਦੇ ਖਿਲਾਫ ਲੜੂਗੀ। ਪਰ ਜੇਕਰ ਤੁਸੀਂ ਸੱਚੇ ਸਿੱਖ ਆ, ਜੇਕਰ ਤੁਸੀਂ ਗੁਰਦੁਆਰੇ ਜਾਂਦੇ ਹੋ, ਗੁਰਬਾਣੀ ਪੜ੍ਹਦੇ ਹੋ, ਤਾਂ ਜਿਹੜੇ ਗੁਰੂਆਂ ਨੇ ਵਿਚਾਰ ਦਿੱਤੇ ਉਹਨਾਂ ਵਿਚਾਰਾਂ ਨਾਲ ਚੱਲਣਾ ਚਾਹੀਦਾ, ਨਾ ਕਿ ਫੋਟੋਆਂ ਦੀ ਪੂਜਾ ਕਰਨੀ ਚਾਹੀਦੀ ਹੈ। ਤੇ ਮੈਂ ਕਿਸੇ ਦਾ ਵਿਰੋਧ ਨਹੀਂ ਕਰਦੀ, ਮੈਂ ਇਹੀ ਕਹੂੰਗੀ ਜੇਕਰ ਸੱਚੇ ਸਿੱਖ ਤੁਸੀਂ ਬਣਨਾ ਚਾਹੁੰਦੇ ਹੋ, ਜੇਕਰ ਤੁਸੀਂ ਕਹਿੰਦੇ ਕਿ ਭਗਤ ਸਿੰਘ ਸਾਡਾ ਵਾਰਿਸ ਆ, ਭਗਤ ਸਿੰਘ ਸਾਡਾ ਹੀਰੋ ਆ, ਤਾਂ ਉਹਨਾਂ ਦੇ ਵਿਚਾਰਾਂ 'ਚ ਚੱਲੋ। ਤੁਸੀਂ ਇਹਨਾਂ ਭੇਦਭਾਵਾਂ ਤੋਂ ਦੂਰ ਹੋ ਕੇ ਲੜੋ, ਕਿਉਂਕਿ ਅੱਜ ਸਮੇਂ ਦੀ ਮੰਗ ਆ ਕਿ ਜੇਕਰ ਸਾਰਿਆਂ ਨੇ ਮੁਕਤੀ ਪ੍ਰਾਪਤ ਕਰਨੀ ਆ ਤਾਂ ਇਹਨਾਂ ਜਾਤਾਂ ਪਾਤਾਂ ਨੂੰ ਛੱਡ ਕੇ ਇੱਕ ਹੋਣਾ ਪੈਣਾ, ਤੇ ਉਹਦੇ ਵਾਸਤੇ ਅਸੀਂ ਹਮੇਸ਼ਾ ਸੰਘਰਸ਼ ਕਰਾਂਗੇ, ਅਸੀਂ ਲੜਾਂਗੇ ਵੀ ਇਹਦੇ ਵਾਸਤੇ। ਇਹ ਗੱਲ ਇਸ ਕਰਕੇ ਕਹੀ ਸੀ ਕਿਉਂਕਿ ਕਿਸਾਨੀ ਸੰਘਰਸ਼ ਦੇ ਦੌਰਾਨ ਹੀ ਝੋਨੇ ਦੀ ਲਵਾਈ ਨੂੰ ਲੈ ਕੇ ਕਈ ਪਿੰਡਾਂ 'ਚ ਮਜ਼ਦੂਰਾਂ ਦਾ ਬਾਈਕਾਟ ਕੀਤਾ ਗਿਆ। ਬਾਈਕਾਟ ਵੀ ਜਿਹੜਾ ਕਿਸਾਨ ਯੂਨੀਅਨ ਦੇ ਲੈਟਰ ਪੈਡਾਂ ਤੇ ਵੀ ਕੀਤਾ ਗਿਆ। ਦੂਸਰੇ ਪਾਸੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੂੰ ਲੈ ਕੇ ਉਸ ਸਮੇਂ ਦੇ ਦੌਰਾਨ ਹੀ ਜਿਹੜੀ ਲੜਾਈ ਉਹ ਚੱਲ ਰਹੀ ਆ ਕਿ ਕਿਸਾਨ ਜਥੇਬੰਦੀਆਂ ਨੂੰ ਇਹਨਾਂ ਤੇ ਚੀਜ਼ਾਂ ਤੇ ਕੋਈ ਪ੍ਰਤੀਕਿਰਿਆ, ਕੋਈ ਸਟੈਂਡ ਨਹੀਂ ਲੈਣਾ ਚਾਹੀਦਾ ਵੀ ਇਸ ਚੀਜ਼ ਨੂੰ ਘੱਟ ਕੀਤਾ ਜਾ ਸਕੇ। ਬਿਲਕੁਲ ਲੈਣਾ ਚਾਹੀਦਾ ਸੀ। ਇਹਦੇ ਵਿੱਚ ਹੱਕ ਜਾਂ ਕੀ ਲੈਣਾ ਚਾਹੀਦਾ ਕਿ ਜੇਕਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਜਨਤਾ ਦੇ ਲੀਡਰਾਂ ਨਾਲ, ਆਪਾਂ ਕਿਸਾਨ ਅੰਦੋਲਨ ਨੂੰ ਕਹੀਏ ਉਹ ਜਨ ਅੰਦੋਲਨ ਕਿਹਾ ਜਾ ਰਿਹਾ, ਕਿ ਜਿਹਦੇ ਵਿੱਚ ਸਿਰਫ ਕਿਸਾਨ ਦੀ ਗੱਲ ਕੀਤੀ ਗਈ ਹੈ ਤੇ ਬਾਹਰ ਦੇ ਲੋਕ ਵੀ ਉਹ ਸ਼ਾਮਲ ਹੋਏ, ਸਟੂਡੈਂਟ ਵੀ ਉਹ ਸ਼ਾਮਲ ਹੋਇਆ, ਮਜ਼ਦੂਰ ਵੀ ਸ਼ਾਮਲ ਹੋਏ ਨੇ, ਬੁੱਧੀਜੀਵੀ ਵਰਗ ਵੀ ਸ਼ਾਮਲ ਹੋਇਆ ਤੇ ਟੀਚਰ ਵੀ ਸ਼ਾਮਲ ਹੋਏ ਨੇ। ਤੇ ਫਿਰ ਅਸੀਂ ਇਹ ਕਿਵੇਂ ਕਹਿ ਦਈਏ ਕਿ ਬਈ ਨਿਆਂ ਪਸੰਦ ਲੋਕ, ਜਿਨ੍ਹਾਂ ਨੂੰ ਅਸੀਂ ਕਹਿੰਦੇ ਕਿ ਨਿਆਂ ਪਸੰਦ ਲੋਕ ਨੇ, ਲੋਕਾਂ ਦਾ ਨਿਆਂ ਕਰਨਗੇ, ਤੇ ਜੇਕਰ ਉਹਨਾਂ ਵੱਲੋਂ ਹੀ ਇਹ ਮਤੇ ਪਾ ਦਿੱਤੇ ਜਾਣ ਕਿ ਇਹਨਾਂ ਮਜ਼ਦੂਰਾਂ ਦੇ ਬਾਈਕਾਟ ਕਰ ਦਿੱਤੇ, ਮੇਰੇ ਖਿਆਲ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਉਸੇ ਢਾਂਚੇ ਦਾ ਹਿੱਸਾ ਜਿਹੜੇ ਜਨਤਾ ਦੇ ਖਿਲਾਫ ਨੇ, ਜਿਹੜੇ ਜਨਤਾ ਦੇ ਉੱਪਰ ਲੋਟੂ ਢਾਂਚਾ ਜਿਹੜਾ ਰਾਜ ਕਰ ਰਿਹਾ, ਅਸੀਂ ਉਹਨਾਂ ਦੇ ਹਿੱਤ ਵਿੱਚ ਖੜੇ ਆ। ਸਾਨੂੰ ਇੱਕ ਲਾਈਨ ਖਿੱਚਣੀ ਪੈਣੀ ਆ, ਉਹ ਲਾਈਨ ਦੇ ਜਾਂ ਤਾਂ ਇੱਧਰ ਹੋਣਾ ਪੈਣਾ ਜਾਂ ਉੱਧਰ ਹੋਣਾ ਪੈਣਾ। ਜੇਕਰ ਅਸੀਂ ਕਿਸਾਨ ਸੰਗਠਨਾਂ ਦੀ ਜੇਕਰ ਅਗਵਾਈ ਕਰ ਰਹੇ ਹਾਂ ਤਾਂ ਸਾਨੂੰ ਮਜ਼ਦੂਰਾਂ ਦੇ ਜਿਹੜੇ ਵਿਰੋਧ ਵਿੱਚ ਪੈ ਰਹੇ ਮਤਿਆਂ ਨੂੰ ਰੋਕਣਾ ਪੈਣਾ। ਜਿਸ ਟਾਈਮ ਤੇ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਸ ਟਾਈਮ ਤੇ ਪੰਚਕੂਲਾ ਦੇ ਵਿੱਚ ਪੂਰੇ ਦੇ ਪੂਰੇ ਸਮਾਜ ਦਾ ਬਹਿਸ਼ਕਾਰ ਕੀਤਾ ਗਿਆ, ਉਹਨਾਂ ਨੇ ਦੁੱਧ ਪਾਣੀ ਬੰਦ ਕੀਤਾ ਗਿਆ, ਉਹਨਾਂ ਦਾ ਪੈਸਾ ਬੰਦ ਕਰ, ਉਹਨਾਂ ਸਕੂਲਾਂ ਵਿੱਚ ਨਹੀਂ ਜਾਣ ਦਿੱਤਾ ਗਿਆ, ਬਹੁਤ ਸਾਰਾ ਬਹਿਸ਼ਕਾਰ ਹੋਇਆ। ਔਰ ਜਿਸ ਟਾਈਮ ਤੇ ਇੱਕ ਘਟਨਾ ਹੋਰ ਵੀ ਜਦੋਂ ਕ੍ਰਿਸ਼ੀ ਕਾਨੂੰਨ ਰੱਦ ਹੋ ਗਏ ਸੀ, ਪੀਐਮ ਨੇ ਕਹਿਤਾ ਸੀ ਕਿ ਰੱਦ ਹੋ ਗਏ ਨੇ, ਉਸ ਤੋਂ ਅਗਲੇ ਹੀ ਦਿਨ ਜਾਂ ਉਸੇ ਹੀ ਦਿਨ ਕੋਈ ਘਟਨਾ ਸਾਡੇ ਸਾਹਮਣੇ ਅਸੀਂ ਸੁਣੀ ਵੀ ਹੈ, ਸਾਡੇ ਸਾਹਮਣੇ ਆਈ ਸੀ ਕਿ ਕੁਝ ਕੁ ਲੋਕਾਂ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਤਾਂ ਪੀਐਮ ਨੂੰ ਝੁਕਾਤਾ, ਤੁਸੀਂ ਸਾਡੇ ਅੱਗੇ ਕੀ ਹੋ, ਤੇ ਮਤਲਬ ਤੁਸੀਂ ਮਜ਼ਹਬੀ ਸਾਡੇ ਅੱਗੇ ਕਿਉਂ, ਇਸ ਤਰੀਕੇ ਦੀ ਗੱਲ ਜਿਹੜੀ ਆਈ ਸੀ। ਤਾਂ ਇਹ ਮਾਨਸਿਕਤਾ ਕਿਤੇ ਨਾ ਕਿਤੇ ਉਹਨਾਂ ਸਾਰੇ ਲੋਕਾਂ ਤੇ ਸਵਾਲ ਖੜਾ ਕਰਦੀ ਆ ਜਿਹੜੇ ਸੰਘਰਸ਼ ਕਰ ਰਹੇ ਨੇ, ਕਿਉਂਕਿ ਕੁਝ ਕੁ ਲੋਕ ਨਹੀਂ ਜਿਹੜੇ ਪੂਰੇ ਦੇ ਪੂਰੇ ਕਿਸਾਨਾਂ ਨੂੰ ਮਤਲਬ ਉਸ ਲਾਈਨ ਵਿੱਚ ਖੜੇ ਕਰ ਦਿੰਦੇ ਕਿ ਸਾਰੇ ਕਿਸਾਨ ਗਲਤ ਨੇ। ਤਾਂ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਜਿਹੜੇ ਕੁਝ ਕੁ ਲੋਕ ਨੇ ਉਹ ਰੀਪ੍ਰੈਜ਼ੈਂਟ ਨਹੀਂ ਕਰਦੇ ਉਹਨਾਂ ਗਰੀਬ ਕਿਸਾਨਾਂ ਨੂੰ, ਉਹ ਰੀਪ੍ਰੈਜ਼ੈਂਟ ਨਹੀਂ ਕਰਦੇ ਪੂਰੇ ਦੇ ਪੂਰੇ ਸਾਡੇ ਦੂਸਰੀ ਜਮਾਤ ਨੂੰ। ਜਿਵੇਂ ਹੁਣ ਆਪਾਂ ਸਿੰਘੂ ਬੋਰਡ ਦੀ ਘਟਨਾ ਵੀ ਲੈ ਲਈਏ
ਕਿ ਮੰਨ ਲਓ ਇੱਕ ਬੰਦੇ ਨੇ ਮਾਰ ਦਿੱਤਾ ਤੇ ਉਹ ਪੂਰੇ ਦੇ ਪੂਰੇ ਸਿੱਖ ਕੌਮ ਨੂੰ ਰਿਪਰੈਜ਼ੈਂਟ ਨਹੀਂ ਕਰਦੇ, ਕਿਉਂਕਿ ਭਾਰਤ ਵਿੱਚ ਇਹ ਕਹਿ ਦਿੱਤਾ ਗਿਆ ਕੁਝ ਕੁ ਲੋਕਾਂ ਨੂੰ ਬੀਜੇਪੀ ਵੱਲੋਂ ਕਿ ਸਿੱਖ ਤਾਂ ਜਿਹੜੇ ਦਲਿਤਾਂ ਦੇ ਕਤਲ ਕਰ ਰਹੇ ਆ। ਇੱਕ ਦੋ ਲੋਕ ਪੂਰੇ ਸਿੱਖ ਧਰਮ ਨੂੰ ਰਿਪਰੈਜ਼ੈਂਟ ਨਹੀਂ ਕਰ ਸਕਦੇ। ਸਿੱਖ ਧਰਮ ਦੇ ਚੰਗੀਆਂ ਚੀਜ਼ਾਂ ਵੀ ਨੇ, ਮਾੜੀਆਂ ਚੀਜ਼ਾਂ ਵੀ ਨੇ, ਇਸ ਲਈ ਦੋਨੋਂ ਪਹਿਲੂ ਦੇਖਣੇ ਚਾਹੀਦੇ ਨੇ। ਤਾਂ ਅਸੀਂ ਬਹੁਤ ਮਤਲਬ ਇਹ 'ਚ ਵਿਰੋਧ 'ਚ ਜਿਹੜਾ ਵੀ ਬੰਦਾ ਮਤਾ ਪਾਸ ਕਰੂਗਾ ਇਸ ਤਰੀਕੇ ਦਾ, ਤੇ ਉਹਨੂੰ ਸੋਚਣਾ ਚਾਹੀਦਾ ਕਿ ਪਹਿਲਾਂ ਜਿਹੜਾ ਦੱਬਿਆ ਕੁਚਲਿਆ ਹਨਾ, ਉਹਨੂੰ ਉਹਦੇ ਖਿਲਾਫ ਤੁਸੀਂ ਮਤਾ ਪਾਸ ਕਰਕੇ ਕਿਤੇ ਨਾ ਕਿਤੇ ਤੁਸੀਂ ਲੁੱਟ ਢਾਣੇ ਦੇ ਹੱਕ ਵਿੱਚ ਖੜੇ ਹੋ, ਤੇ ਜਾਂ ਪੂਰੀ ਜਾਂਚ ਕਰਕੇ ਹੀ ਕੁਝ ਫੈਸਲਾ ਲੈਣਾ ਚਾਹੀਦਾ। ਇੱਕ ਸੰਯੁਕਤ ਮੋਰਚੇ ਦੇ ਵਿੱਚ ਕੋਈ ਮਜ਼ਦੂਰ ਆਗੂ ਜਾਂ ਆਪਾਂ ਨੂੰ ਐਸਸੀ ਜਾਂ ਦਲਿਤ ਕਹਿ ਲਈਏ, ਉਹ ਉਹਨਾਂ ਨੇ ਨਹੀਂ ਲਿਆ, ਇਹਦੇ ਕੀ ਕਾਰਨ ਹੋ ਸਕਦੇ ਆ? ਦੇਖੋ, ਇਹਦੇ ਕਾਰਨ ਇਹੀ ਹੈ ਕਿ ਜ਼ਿਆਦਾ ਮੇਨ ਤਾਂ ਇਹੀ ਉਹਨਾਂ ਨੇ ਆਖਿਆ ਕਿ ਇਹ ਕਿਸਾਨਾਂ ਦਾ ਹੀ ਮੁੱਦਾ, ਤੇ ਜ਼ਿਆਦਾਤਰ ਵੱਡੀ ਸੰਖਿਆ ਦੇ ਵਿੱਚ 32 ਕਿਸਾਨ ਜਥੇਬੰਦੀਆਂ ਹੀ ਸੀਗੀਆਂ, ਤੇ ਉਹਦੇ ਵਿੱਚ ਕੋਈ ਇਹ ਨਹੀਂ ਹੈਗਾ ਸੀ ਕੋਈ ਬਹੁਤ ਵੱਡੀ ਮਜ਼ਦੂਰ ਯੂਨੀਅਨ ਹੋਵੇ ਜਾਂ ਮਤਲਬ ਪਰ ਇਹ ਮੈਂ ਨਹੀਂ ਕਹਿੰਦੀ ਕਿ ਮਜ਼ਦੂਰ ਯੂਨੀਅਨ ਹੈ ਨਹੀਂ ਸੀ। ਬਾਕੀ ਮਜ਼ਦੂਰ ਯੂਨੀਅਨ ਜਿਵੇਂ ਪੰਜਾਬ ਖੇਤ ਮਜ਼ਦੂਰ, ਪਿੰਡੂ ਮਜ਼ਦੂਰ ਯੂਨੀਅਨ, ZPSC ਹੋ ਗਈ, ਮਤਲਬ ਇਹ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ, ਤੇ ਮੈਨੂੰ ਲੱਗਦਾ ਲੈਣਾ ਜ਼ਰੂਰ ਚਾਹੀਦਾ ਸੀ ਕਿਤੇ ਨਾ ਕਿਤੇ ਜਿਹੜੇ ਹਮਾਇਤ ਕਰ ਰਹੇ ਆ। ਪਰ ਜ਼ਿਆਦਾਤਰ ਇਹ ਸੀ ਕਿ ਇਹ ਕਿਸਾਨਾਂ ਦਾ ਸੰਘਰਸ਼ ਆ, ਕਿਸਾਨ ਜਥੇਬੰਦੀਆਂ ਜ਼ਿਆਦਾ ਨੇ, ਇਸ ਲਈ ਕਿਸਾਨ ਲੀਡਰ ਹੀ ਸੀਗੇ। ਬਾਕੀ ਉਹ ਆਪਣੇ ਆਪਣੇ ਵਿਚਾਰ ਹੋ ਸਕਦੇ ਆ, ਤੇ ਇਹੀ ਹੈ ਕਿ ਜੇਕਰ ਕੱਲ੍ਹ ਨੂੰ ਮਜ਼ਦੂਰਾਂ ਦਾ ਅੰਦੋਲਨ ਚੱਲਦਾ ਤਾਂ ਅਸੀਂ ਵੀ ਮੇਰੇ ਖਿਆਲ 'ਚ ਮਜ਼ਦੂਰਾਂ ਦੀ ਮੰਗ ਵਿੱਚ ਮਜ਼ਦੂਰ ਹੀ ਲੀਡਰ ਹੋਣਗੇ। ਪਰ ਅਸੀਂ ਇਹ ਨਹੀਂ ਕਹਿੰਦੇ ਕਿ ਕਿਸਾਨਾਂ ਲੀਡਰਾਂ ਨੂੰ ਬੋਲਣ ਦਾ ਮੌਕਾ ਨਹੀਂ ਹੈਗਾ ਜਾਂ ਫਿਰ ਉਸ ਤਰੀਕੇ ਦੇ ਨਾਲ, ਪਰ ਇਹ ਹੈ ਕਿ ਸਾਨੂੰ ਲਗਾਤਾਰ ਇਸ ਪਾੜੇ ਨੂੰ ਘੱਟ ਕਰਨਾ ਪੈਣਾ। ਕਿਤੇ ਨਾ ਕਿਤੇ ਉਹ ਮਾਨਸਿਕਤਾ ਹਜੇ ਵੀ ਸਾਡੇ ਵਿੱਚ ਹੈਗੀ ਆ, ਜਿਹੜੀ ਜਗੀਰਦਾਰੂ ਮਾਨਸਿਕਤਾ, ਜਿਹੜੀ ਬ੍ਰਾਹਮਣਵਾਦੀ ਮਾਨਸਿਕਤਾ, ਜਿਹੜੀ ਕਹਿੰਦੀ ਆ ਕਿ ਜਿਹੜਾ ਦੱਬਿਆ ਕੁਚਲਾ ਵਰਗ ਸਾਡੇ ਬਰਾਬਰ ਨਹੀਂ ਆ ਕੇ ਬੈਠ ਸਕਦਾ, ਤੇ ਉਹਨੂੰ ਸਾਨੂੰ ਖਤਮ ਕਰਨਾ ਹੀ ਪੈਣਾ। ਹੁਣ ਪੰਜਾਬ 'ਚ ਤੁਸੀਂ ਸੰਗਠਨ ਕਦੋਂ ਕਾਇਮ ਕਰ ਰਹੇ ਹੋ, ਜਾਂ ਇੱਥੇ ਜਿਹੜੀ ਕੋਈ ਪ੍ਰਕਿਰਿਆ ਉਹ ਕਦੋਂ ਸ਼ੁਰੂ ਕਰ ਰਹੇ ਹੋ? ਦੇਖੋ, ਕੋਸ਼ਿਸ਼ ਤਾਂ ਇਹੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਬੋਲਿਆ ਗਿਆ ਹੈਗਾ, ਤੇ ਉਹ ਲੋਕ ਅਗਵਾਈ ਕਰਨਗੇ, ਅਸੀਂ ਬਸ ਉਹਨਾਂ ਦਾ ਸਾਥ ਦੇਵਾਂਗੇ। ਜਦੋਂ ਉਹ ਸਾਨੂੰ ਬੁਲਾਉਣਗੇ ਅਸੀਂ ਜ਼ਰੂਰ ਹਾਜ਼ਰ ਹੋਵਾਂਗੇ, ਤੇ ਉਹੀ ਨਾਮ ਦੇਣਗੇ ਮਿਲ ਜੁਲ ਕੇ ਸਾਰੇ ਹੀ ਜਿਹੜੇ ਮਜ਼ਦੂਰ ਨੌਜਵਾਨ ਨੇ, ਮਜ਼ਦੂਰ ਜਿਹੜੇ ਲੀਡਰ ਕੁਛ ਕਰਨਾ ਚਾਹੁੰਦੇ ਨੇ, ਉਹੀ ਦੱਸਣਗੇ ਵੀ ਇਹਦਾ ਨਾਮ ਕੀ ਹੋਵੇ, ਇਸ ਕਿਵੇਂ ਸਟਰਕਚਰ ਇਹਦੀ ਬਣਾਈ ਜਾਵੇ। ਉਹਦਾ ਜੀ ਹੁਣ ਮਿਲ ਕੇ ਬੈਠ ਕੇ ਹੀ ਇਹਦੇ ਰਾਏ ਕੀਤੀ ਜਾ ਸਕਦੀ। ਜਦੋਂ ਲੋਕ ਐਗਰੀ ਹੋਣਗੇ ਜ਼ਿਆਦਾ ਵਧੀਆ ਤਰੀਕੇ ਨਾਲ, ਲੋਕ ਹਾਂ ਕਹਿਣਗੇ ਵੀ ਹਾਂ ਵਧੀਆ ਇਹ ਹੋਣਾ ਚਾਹੀਦਾ, ਮੇਰੇ ਖਿਆਲ 'ਚ ਓਨਾ ਹੀ ਜਲਦੀ ਹੋਊਗਾ। ਕਿ ਜੇਕਰ ਘੱਟ ਹੁੰਗਾਰਾ ਮਿਲਿਆ ਤਾਂ ਮੇਰੇ ਖਿਆਲ ਥੋੜ੍ਹਾ ਲੇਟ ਹੋ ਸਕਦਾ, ਬਸ ਜ਼ਰੂਰੀ ਹੈਗਾ ਬਣਾਉਣਾ, ਅਸੀਂ ਜ਼ਰੂਰ ਬਣਾਵਾਂਗੇ। ਇੱਕ ਪੰਜਾਬ 'ਚ ਜਿਹੜੀਆਂ ਆਲਰੇਡੀ ਮਜ਼ਦੂਰ ਜਥੇਬੰਦੀਆਂ ਚੱਲ ਰਹੀਆਂ, ਜਿਨ੍ਹਾਂ ਦੀ ਕੁਛ ਕੁ ਕੰਮ ਕਰ ਵੀ ਰਹੀਆਂ, ਮੇਰੇ ਖਿਆਲ 'ਚ ਉਹ ਹੋ ਸਕਦਾ ਤੁਹਾਡੇ ਕੋਲੇ ਨਾ ਅਪਰੋਚ ਕਰਦੇ ਹੋਣ, ਪਰ ਜਿਹੜੀਆਂ ਜਥੇਬੰਦੀਆਂ ਦਾ ਕੰਮ ਕੋਈ ਬਹੁਤਾ ਵਧੀਆ ਦਿਖ ਨਹੀਂ ਰਿਹਾ, ਉਹ ਤੁਹਾਡੇ ਵੱਲ ਹੀ ਦੇਖ ਰਹੀਆਂ ਵੀ ਸ਼ਾਇਦ ਉਹ ਸਾਡੀ ਜਥੇਬੰਦੀ ਨੂੰ ਜੁਆਇਨ ਕਰਨ, ਤਾਂ ਕਿ ਜਿਹੜਾ ਸਾਡੀ ਜਥੇਬੰਦੀ ਵੱਡੇ ਲੈਵਲ 'ਤੇ ਚੱਲ ਸਕੇ। ਕੀ ਆਉਣ ਵਾਲੇ ਸਮੇਂ 'ਚ ਤੁਸੀਂ ਕਿਸੇ ਜਥੇਬੰਦੀ ਨਾਲ ਜਿਹੜੀ ਪੰਜਾਬ 'ਚ ਮਜ਼ਦੂਰਾਂ ਦੀ ਉਹਦੇ ਨਾਲ ਅਟੈਚ ਹੋ ਸਕਦੇ ਆ, ਜਾਂ ਕੋਈ ਸੰਗਠਨ ਹੀ ਨਵਾਂ ਖੜਾ ਕਰੋਗੇ? ਦੇਖੋ, ਸਾਰਿਆਂ ਦੀ ਵੱਖਰੀ ਵੱਖਰੀ ਵਿਚਾਰਧਾਰਾ ਹੁੰਦੀ ਹੈ। ਜੇਕਰ ਆਪਾਂ ਕਿਸਾਨਾਂ ਦੀ ਵੀ ਗੱਲ ਕਰੀਏ, ਜੇ 32 ਕਿਸਾਨ ਜਥੇਬੰਦੀਆਂ ਨੇ, ਪਰ ਜਦੋਂ ਐਡੀ ਵੱਡੀ ਮਤਲਬ ਕ੍ਰਿਸ਼ੀ ਵਿਰੋਧੀ ਕਾਨੂੰਨ ਆ ਗਏ, MSP ਦੀ ਗਰੰਟੀ ਲੈਣੀ ਹੈ, ਤਾਂ ਸਾਰੇ ਇੱਕ ਪਲੇਟਫਾਰਮ 'ਤੇ ਆਏ। ਉਹਨਾਂ ਨੇ ਸੰਯੁਕਤ ਕਿਸਾਨ ਮੋਰਚਾ ਬਣਾਇਆ, ਜਿਹਦੇ ਵਿੱਚ ਵੱਖਰੀ ਵੱਖਰੀ ਯੂਨੀਅਨਾਂ ਦੇ ਲੋਕ, ਵੱਖਰੀ ਵੱਖਰੀ ਵਿਚਾਰਧਾਰਾ ਦੇ ਲੋਕ ਇਸ ਦੇ ਖਿਲਾਫ ਲੜਨਗੇ। ਤਾਂ ਪੰਜਾਬ ਦੇ ਵਿੱਚ ਬਹੁਤ ਆਰਗੇਨਾਈਜੇਸ਼ਨਸ ਨੇ, ਤੇ ਬਹੁਤ ਲੋਕ ਕਹਿ ਵੀ ਰਹੇ ਕਿ ਇਹਦੇ ਵਿੱਚ ਆਉਣਾ ਚਾਹੀਦਾ, ਤੁਸੀਂ ਇਹਦੇ ਨਾਲ ਜੁੜੋ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਵੱਡੇ ਸਾਮਰਾਜਵਾਦ ਦੇ ਖਿਲਾਫ ਲੜਾਈ ਲੜਨੀ ਹੋਵੇ, ਵੱਡੇ ਧਨਾੜ ਚੌਧਰੀਆਂ ਦੇ ਖਿਲਾਫ ਲੜਾਈ ਲੜਨੀ ਹੋਵੇ, ਤੇ ਮਜ਼ਦੂਰਾਂ ਦੇ ਹੱਕਾਂ ਦੇ ਲਈ ਲੜਾਈ ਲੜਨੀ ਹੋਵੇ, ਉਦੋਂ ਜਿਹੜੇ ਵੱਖਰੇ ਵੱਖਰੇ ਪਲੇਟਫਾਰਮ 'ਤੇ ਮਜ਼ਦੂਰ ਸੰਗਠਨ ਕੰਮ ਕਰ ਰਹੇ ਆ, ਜਾਂ ਛੋਟੇ ਮੋਟੇ ਹੋਰ ਲੋਕ ਕੰਮ ਕਰ ਰਹੇ ਆ, ਉਹਨਾਂ ਨੂੰ ਇਸੇ ਤਰੀਕੇ ਨਾਲ ਮੋਰਚਾ ਬਣਾਉਣ ਦੀ ਜ਼ਰੂਰਤ ਆ, ਹੈ ਨਾ। ਕਿ ਚਾਹੇ ਕੋਈ ਵੀ ਵਿਚਾਰਧਾਰਾ, ਪਰ ਸਾਰਿਆਂ ਦਾ ਮੇਨ ਜਿਹੜਾ ਮੰਜ਼ਿਲ ਇਹੀ ਆ ਕਿ ਅਸੀਂ ਮਜ਼ਦੂਰਾਂ ਦੇ ਹੱਕ ਵਿੱਚ ਆਉਣਾ। ਤੇ ਇਹ ਨਹੀਂ ਜ਼ਰੂਰੀ ਹੁੰਦਾ ਕਿ ਅਸੀਂ ਇਹ ਕਹਿ ਦਈਏ ਕਿ ਜਿਹੜਾ ਜਿਹਨੂੰ ਅਸੀਂ ਠੀਕ ਮੰਨ ਰਹੇ ਹਾਂ, ਅਸੀਂ ਉਹ ਫੇਰ ਹੀ ਉਹਦੇ ਨਾਲ ਚੱਲਾਂਗੇ ਜੇਕਰ ਸਾਡੇ ਯੂਨੀਅਨ ਦੇ ਵਿੱਚ ਆਊ ਜਾਂ ਫਿਰ ਸਾਡੇ ਸੰਗਠਨ ਦੇ ਵਿੱਚ ਆਊ। ਇਹ ਵਿਚਾਰਧਾਰਾ ਨੂੰ ਅਸੀਂ ਖਾਰਜ ਕਰਦੇ ਹਾਂ, ਕਿਉਂਕਿ ਜਿਵੇਂ ਹੁਣ ਕਿਸਾਨਾਂ ਤੋਂ ਅਸੀਂ ਉਦਾਹਰਨ ਲੈ ਲਈ, ਜਾਂ ਪੂਰੇ ਇਤਿਹਾਸ ਤੋਂ ਅਸੀਂ ਉਦਾਹਰਨ ਲਈਏ, ਜਾਂ ਹੋਰ ਕਿਤੋਂ ਵੀ ਉਦਾਹਰਨ ਲਈਏ, ਤਾਂ ਮੈਨੂੰ ਲੱਗਦਾ ਕਿ ਮਜ਼ਦੂਰਾਂ ਦੇ ਵੀ ਇਸ ਤਰੀਕੇ ਸੰਯੁਕਤ ਮੋਰਚਾ ਬਣਾਉਣਾ ਚਾਹੀਦਾ, ਸੰਯੁਕਤ ਮਜ਼ਦੂਰ ਮੋਰਚਾ ਜਾਂ ਫਿਰ ਕਿਸੇ ਤਰੀਕੇ ਨਾਲ ਮੋਰਚਾ ਬਣਾਉਣਾ ਚਾਹੀਦਾ, ਜਿਹਦੇ ਵਿੱਚ ਜਿੰਨੇ ਵੀ ਸੰਗਠਨ ਉਹਨਾਂ ਨੂੰ ਇੱਕ ਹੋਣਾ ਚਾਹੀਦਾ। ਨਾ ਕਿ ਅਸੀਂ ਇਹ ਕਹੀਏ ਕਿ ਅਸੀਂ ਫੇਰ ਤੁਰਾਂਗੇ, ਸਾਡੇ ਨਾਲ ਆਓ, ਹੈ ਨਾ। ਅਤੇ ਇਹੀ ਹੈ ਕਿ ਤੁਹਾਡੇ ਵਿਚਾਰ ਮਜ਼ਦੂਰਾਂ ਦੇ ਹੱਕ ਵਿੱਚ ਹੋਣੇ ਚਾਹੀਦੇ ਆ, ਇਹ ਜ਼ਰੂਰੀ ਨਹੀਂ ਹੈਗਾ। ਪਰ ਹੁਣ ਅਸੀਂ ਇਹੀ ਹੈ ਕਿ ਮੈਂ ਪਹਿਲਾਂ ਹੀ ਆਲਰੇਡੀ ਮਜ਼ਦੂਰ ਅਧਿਕਾਰ ਸੰਗਠਨ ਵਿੱਚ ਕੰਮ ਕਰ ਰਹੀ ਹੈਗੀ ਹਾਂ, ਜਿਹੜਾ 3 ਸਾਲ ਤੋਂ ਚੱਲ ਰਿਹਾ।
ਅੱਜ ਜਿਹੜਾ ਮੇਰਾ ਫੇਸ ਬਣਿਆ ਉਹ ਮਜ਼ਦੂਰ ਅਧਿਕਾਰ ਸੰਗਠਨ ਦੇ ਕਰਕੇ ਬਣਿਆ। ਕਿਉਂਕਿ ਮੈਂ ਮਜ਼ਦੂਰ ਅਧਿਕਾਰ ਸੰਗਠਨ ਦੀ ਅਗਵਾਈ ਦੇ ਵਿੱਚ ਮੈਂ ਮਜ਼ਦੂਰਾਂ ਦੇ ਲੜਾਈ ਲੜ ਰਹੀ ਸੀ, ਮਜ਼ਦੂਰਾਂ ਦੇ ਵੇਤਨ ਦੀ ਮੰਗ ਕਰ ਰਹੀ ਸੀ, ਮਹਿਲਾਵਾਂ ਦੇ ਜਿਹੜੇ ਅਤਿਆਚਾਰ ਹੋ ਰਿਹਾ ਉਹਦੇ ਖਿਲਾਫ ਲੜ ਰਹੀ ਸੀਗੀ। ਤੇ ਅੱਜ ਮੈਂ ਜੋ ਵੀ ਹਾਂ ਉਸ ਸੰਗਠਨ ਦੀ ਵਜ੍ਹਾ ਕਰਕੇ ਹਾਂ। ਤੇ ਮੈਂ ਇਹ ਕਿਵੇਂ ਕਹਿ ਸਕਦੀ ਹਾਂ ਕਿ ਕੱਲ੍ਹ ਨੂੰ ਮੈਂ ਇਹ ਸੰਗਠਨ ਛੱਡ ਕੇ ਜਾਂ ਫਿਰ ਮੈਂ ਕਿਸੇ ਦੂਸਰੇ ਸੰਗਠਨ ਦੇ ਵਿੱਚ ਚਲੀ ਜਾਊਂਗੀ। ਬਸ ਇਹ ਜ਼ਰੂਰ ਹੋ ਸਕਦਾ ਕਿ ਅਸੀਂ ਮਤਲਬ ਖੇਤ ਮਜ਼ਦੂਰਾਂ ਵਾਸਤੇ ਇੱਕ ਨਵਾਂ ਸੰਗਠਨ ਖੜਾ ਕਰੀਏ, ਨਵਾਂ ਸੰਗਠਨ ਬਣਾ ਕੇ, ਮਤਲਬ ਜਿਹੜੇ ਸੰਗਠਿਤ ਲੋਕ ਨਹੀਂ ਉਹਨਾਂ ਨੂੰ ਸੰਗਠਿਤ ਕਰੀਏ। ਪਰ ਇਹ ਨਹੀਂ ਹੈਗਾ ਕਿ ਮੈਂ ਇੱਕ ਸੰਗਠਨ ਛੱਡ ਕੇ ਦੂਸਰੇ ਸੰਗਠਨ ਵਿੱਚ ਚਲੀ ਜਾਊਂਗੀ, ਨਵਾਂ ਜ਼ਰੂਰ ਬਣਾ ਸਕਦੇ ਹੈਗੇ ਆ। ਪੰਜਾਬ ਤੋਂ ਇਲਾਵਾ ਤੁਸੀਂ ਕਿਹੜੇ ਸਟੇਟਾਂ 'ਚ ਸੰਗਠਨ ਬਣਾ ਰਹੇ ਹੋ ਜਾਂ ਤੁਸੀਂ ਨਵਾਂ ਵਰਕ ਕਰ ਰਹੇ ਹੋ? ਦੇਖੋ ਜੀ, ਇਹ ਆ ਕਿ ਫਿਲਹਾਲ ਤਾਂ ਸਾਡਾ ਹਰਿਆਣਾ ਦੇ ਵਿੱਚ ਚੰਗਾ ਵਰਕ ਹੈਗਾ, ਕੋਸ਼ਿਸ਼ ਅਸੀਂ ਚੱਲ ਰਹੀ ਆ। ਫਿਲਹਾਲ ਤਾਂ ਕੁੰਡਲੀ ਦੇ ਏਰੀਏ ਵਿੱਚ ਜਿੰਨੀਆਂ ਵੀ ਫੈਕਟਰੀ ਮਜ਼ਦੂਰ ਅਸੀਂ ਉਹਨਾਂ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਹੀ ਏਰੀਏ ਦੇ ਵਿੱਚ ਕੰਮ ਅਸੀਂ ਖੜਾ ਕਰੀਏ। ਤੇ ਨਾਲ ਨਾਲ ਅਸੀਂ ਮਤਲਬ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਵੀ ਮਜ਼ਦੂਰਾਂ ਦੇ ਖਿਲਾਫ ਇਹ ਕੁਝ ਚੱਲ ਰਿਹਾ ਉੱਥੋਂ ਦੇ ਲੋਕਾਂ ਦੇ ਨਾਲ ਕੰਟੈਕਟ ਕਰਕੇ ਜਿਹੜੇ ਸ਼ੋਸ਼ਣ ਦੇ ਖਿਲਾਫ ਲੜਨਾ ਚਾਹ ਰਹੇ ਆ ਉਹਨਾਂ ਨੂੰ ਮੋਬਿਲਾਈਜ਼ ਕਰਕੇ ਨਾਲ ਜੋੜਿਆ ਜਾਵੇ, ਚਾਹੇ ਉਹ ਕਿਸੇ ਵੀ ਸੰਗਠਨ ਦੇ ਨੇ ਚਾਹੇ ਕੋਈ ਵੀ ਨੇ। ਉਹਨਾਂ ਨਾਲ ਮੀਟਿੰਗਸ ਕਰਕੇ ਇਹ ਕਿਹਾ ਜਾਵੇ ਕਿ ਜਿਸ ਤਰੀਕੇ ਨਾਲ ਕਿਸਾਨਾਂ ਨੇ ਸੰਘਰਸ਼ 'ਚ ਲੜਿਆ ਹੈ ਉਹ ਸਾਡੇ ਵਾਸਤੇ ਬਹੁਤ ਵੱਡੀ ਉਦਾਹਰਨ ਆ। ਉਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਇਕੱਠੇ ਕਰਕੇ ਅਸੀਂ ਇੱਕ ਪਲੇਟਫਾਰਮ ਤਿਆਰ ਕਰ ਰਹੇ ਹਾਂ। ਬਾਕੀ ਇਹ ਆ ਕਿ ਮੈਂ ਇੱਕਦਮ ਕਹਿ ਦਾਂ ਕਿ ਹੋ ਰਿਹਾ ਜਾਂ ਹੋ ਗਿਆ, ਬਟ ਮੇਰੇ ਵੱਲੋਂ ਇਹ ਕੋਸ਼ਿਸ਼ ਹੈਗੀ ਆ। ਕੁਛ ਕੁ ਲੋਕਾਂ ਵੱਲੋਂ ਪ੍ਰਪੋਜ਼ਲ ਵੀ ਹੈਗਾ ਤੇ ਮੇਰੇ ਖਿਆਲ ਜਲਦੀ ਹੀ ਦੱਸਾਂਗੇ, ਕਿਉਂਕਿ ਸਰਕਾਰ ਤਾਂ ਪਹਿਲਾਂ ਹੀ ਟਾਰਗੇਟ ਕਰ ਰਹੀ ਹੈਗੀ ਆ। ਫਿਲਹਾਲ ਸਾਡਾ ਹਰਿਆਣਾ ਦੇ ਵਿੱਚ ਹੀ ਕੰਮ, ਅਸੀਂ ਕੋਸ਼ਿਸ਼ ਕਰਾਂਗੇ ਜਿੰਨੇ ਵੀ ਲੋਕ ਮਜ਼ਦੂਰ ਸੰਗਠਨ ਸਾਡੇ ਕੋਲ ਆਉਣਗੇ ਅਸੀਂ ਕੋਈ ਜੁਆਇੰਟ ਬਣਾ ਕੇ ਕੰਮ ਕਰੀਏ, ਚਾਹੇ ਉਹ ਯੂਪੀ ਦੇ ਹੋਣ, ਚਾਹੇ ਬਿਹਾਰ ਦੇ ਹੋਣ, ਚਾਹੇ ਉਹ ਕਿਸੇ ਵੀ ਏਰੀਏ ਦੇ ਹੋਣ, ਅਸੀਂ ਉਹਨਾਂ ਦੇ ਨਾਲ ਮਿਲ ਕੇ ਲੜਾਂਗੇ। ਤੇ ਦੇਸ਼ ਦੇ ਅੰਦਰ ਜਿੱਥੇ ਵੀ ਕੋਈ ਸੰਗਠਨ ਕੰਮ ਕਰ ਰਿਹਾ, ਕੋਈ ਵੀ ਮੋਰਚਾ ਚੱਲ ਰਿਹਾ, ਕੋਈ ਵੀ ਅੰਦੋਲਨ ਧਰਨਾ ਚੱਲ ਰਿਹਾ, ਅਸੀਂ ਉਹਦੀ ਹਮਾਇਤ ਵਿੱਚ ਹਮੇਸ਼ਾ ਖੜਾਂਗੇ। ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗੀ ਕਿ ਜਿਵੇਂ ਕਸ਼ਮੀਰ ਦੇ ਵਿੱਚ ਕਸ਼ਮੀਰੀ ਲੋਕਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ, ਉਹਨਾਂ ਦੀ ਲਾਸ਼ਾਂ ਤੱਕ ਵਾਪਸ ਨਹੀਂ ਕੀਤੀਆਂ ਜਾ ਰਹੀਆਂ ਹੈਗੀਆਂ, ਬਿਨਾਂ ਹੀ ਆਮ ਨਾਗਰਿਕਾਂ ਨੂੰ ਮਾਰਿਆ ਜਾ ਰਿਹਾ ਹੈਗਾ, ਉਹਨਾਂ ਦੇ ਸੰਘਰਸ਼ਾਂ ਦੇ ਨਾਲ ਵੀ ਅਸੀਂ ਹੈਗੇ ਹਾਂ ਕਿ ਉਹਨਾਂ ਨੂੰ ਜਿਹੜੀ 370 ਹਟਾਈ ਉਹ ਗਲਤ ਹਟਾਈ ਗਈ ਹੈ। ਅੱਜ ਮੁਸਲਮਾਨਾਂ 'ਤੇ ਅਟੈਕ ਕੀਤਾ ਗਿਆ, ਇਹਨਾਂ ਨੇ ਇਹ ਕਹਿ ਕੇ ਕਿਹਾ ਕਿ ਬਈ ਹਿੰਦੂ ਖਤਰੇ ਦੇ ਵਿੱਚ ਹੈ, ਵੱਡੀ ਸੰਖਿਆ ਨੂੰ ਆਪਦੇ ਵੱਲ ਕਰਨ ਲਈ ਵੋਟ ਬੈਂਕ ਹਿੰਦੂਆਂ ਦਾ ਬਣਾਇਆ ਤੇ ਜਿਹੜੇ ਗਰੀਬ ਹਿੰਦੂ ਆ ਉਹਨਾਂ ਨੂੰ ਵੀ ਆਪਦੇ ਵੱਲ ਕੀਤਾ। ਹਾਲਾਂਕਿ ਉਹ ਬਹੁਤ ਜ਼ਿਆਦਾ ਮਜ਼ਦੂਰ ਨੇ, ਪਹਿਲਾਂ ਹਿੰਦੂ ਬਾਅਦ 'ਚ ਨੇ। ਤੇ ਅਸੀਂ ਇਹੀ ਕਹਿਣਾ ਚਾਹ ਰਹੇ ਹਾਂ ਕਿ ਛੱਤੀਸਗੜ੍ਹ ਦੇ ਵਿੱਚ ਜਿਹੜੇ ਗਰੀਬ ਆਦੀਵਾਸੀ ਮਜ਼ਦੂਰ ਕਿਸਾਨ ਨੇ ਉਹ ਵੀ ਸੰਘਰਸ਼ ਕਰ ਰਹੇ ਆ, ਉਹਨਾਂ ਸਿੱਧੀਆਂ ਗੋਲੀਆਂ ਚਲਾਈਆਂ ਜਾ ਰਹੀਆਂ, ਉਹਨਾਂ ਦੇ ਮਹਿਲਾਵਾਂ ਨਾਲ ਰੇਪ ਕੀਤੇ ਜਾ ਰਹੇ ਆ। ਤੇ ਹੁਣ ਛੱਤੀਸਗੜ੍ਹ ਦੇ ਸਿਲੀਗੁੜ ਦੇ ਅੰਦਰ 6 ਮਹੀਨੇ ਤੋਂ ਲਗਾਤਾਰ ਕਿਸਾਨ ਅੰਦੋਲਨ ਚੱਲ ਰਿਹਾ, ਉਹ ਕਿਸੇ ਮੀਡੀਆ ਚੈਨਲ ਤੇ ਉਹਦੀ ਖਬਰ ਨਹੀਂ ਆ ਰਹੀ ਹੈਗੀ। ਅਸੀਂ ਚਾਹੁੰਦੇ ਹਾਂ ਕਿ ਜਿੱਥੇ ਵੀ ਸੰਘਰਸ਼ ਚੱਲ ਰਿਹਾ ਅਸੀਂ ਉਹਨਾਂ ਦੀ ਹਮਾਇਤ ਕਰਾਂਗੇ, ਕਿਉਂਕਿ ਸਾਨੂੰ ਵੰਡਿਆ ਹੋਇਆ ਕਿ ਜਿਹੜਾ ਹਰਿਆਣੇ ਦਾ ਮਸਲਾ ਹਰਿਆਣੇ 'ਚ ਰਵੇ, ਪੰਜਾਬ ਦਾ ਮਸਲਾ ਪੰਜਾਬ 'ਚ ਰਵੇ। ਜਿੰਨਾ ਟਾਈਮ ਅਸੀਂ ਇਹ ਨਹੀਂ ਕਹਿੰਦੇ ਕਿ ਜਿੱਥੇ ਵੀ ਸੰਘਰਸ਼ ਚੱਲ ਰਿਹਾ ਸੀ ਉਹਦੀ ਹਮਾਇਤ ਕਰਦੇ ਹਾਂ, ਉਹਨਾਂ ਟਾਈਮ ਮੇਰੇ ਖਿਆਲ ਦੇ ਵਿੱਚ ਅਸੀਂ ਜਿੱਤ ਨਹੀਂ ਸਕਦੇ। ਹੁਣ ਜੇ ਮੇਰੀ ਹੀ ਉਦਾਹਰਨ ਮੈਂ ਗੱਲ ਕਰਾਂ, ਜੇਕਰ ਮੇਰੀ ਅਲੱਗ-ਅਲੱਗ ਸਟੇਟਾਂ ਦੇ ਵਿੱਚੋਂ ਆਵਾਜ਼ ਨਾ ਉੱਠਦੀ, ਇੰਟਰਨੈਸ਼ਨਲ ਲੈਵਲ ਤੋਂ ਬਾਹਰ ਦੇ ਲੋਕਾਂ ਨੂੰ ਵੀ ਸਪੋਰਟ ਨਾ ਮਿਲਦੀ, ਤਾਂ ਅੱਜ ਮੈਂ ਜੇਲ੍ਹ 'ਚੋਂ ਬਾਹਰ ਨਹੀਂ ਸੀ ਹੋਣਾ। ਸਾਰਿਆਂ ਦੀ ਹਮਾਇਤ ਨਾਲ ਹੀ ਹੋਇਆ। ਤੇ ਇਸ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਵੀ ਅੰਦੋਲਨ ਚੱਲ ਰਿਹਾ ਉਹਨਾਂ ਦੀ ਹਮਾਇਤ ਕਰੀਏ, ਚਾਹੇ ਉਹ ਕਸ਼ਮੀਰ ਦੇ ਵਿੱਚ ਹੋਵੇ, ਚਾਹੇ ਗੁਜਰਾਤ ਦੰਗੇ ਦੀ ਨਿਖੇਧੀ ਦੀ ਗੱਲ ਹੋਵੇ, ਉਹ ਸਾਨੂੰ ਕਰਨੀ ਪੈਣੀ ਹੈ, ਚਾਹੇ ਉਹ ਬਾਬਰੀ ਮਸਜਿਦ ਢਾਉਣ ਦੀ ਗੱਲ ਹੋਵੇ ਉਹ ਵੀ ਸਾਨੂੰ ਕਰਨੀ ਪੈਣੀ ਹੈ, ਚਾਹੇ ਉਹ ਅੰਮ੍ਰਿਤਸਰ ਦਾ ਗੁਰਦੁਆਰਾ ਢਾਉਣ ਦੀ ਗੱਲ ਹੋਵੇ ਕਰਨੀ ਪੈਣੀ ਹੈ। ਅਸੀਂ ਛੱਡ ਨਹੀਂ ਸਕਦੇ ਇਹਨਾਂ ਨੂੰ, ਕਿਉਂਕਿ ਸੱਤਾ ਦੇ ਵਿੱਚ ਲੋਕ ਨੇ ਜਿਹੜੇ ਉਹੀ ਇਹ ਸਾਰਾ ਕੁਝ ਕਰ ਰਹੇ ਆ, ਹਰ ਇੱਕ ਥਾਂ 'ਤੇ ਉਹਦਾ ਵਿਰੋਧ ਕਰਨਾ ਚਾਹੀਦਾ। ਬਾਕੀ ਇਹੀ ਹੈ ਕਿ ਸਾਰਿਆਂ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਜਿੱਥੇ ਵੀ ਅੰਦੋਲਨ ਚੱਲ ਰਿਹਾ ਆਪਣੀ ਯੂਨੀਅਨ ਦੇ ਤੌਰ 'ਤੇ ਉਹ ਸਪੀਚ ਤਿਆਰ ਕਰਕੇ ਜਾਂ ਫਿਰ ਕੋਈ ਵੀ ਸਟੇਟਮੈਂਟ ਜਾਂ ਕੋਈ ਵੀਡੀਓ ਜ਼ਰੂਰ ਸਾਡੀ ਉਹਦੀ ਆਉਣੀ ਚਾਹੀਦੀ ਹੈ। ਲੇਡੀਜ਼ ਨੂੰ, ਔਰਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ? ਬਹੁਤ ਇਸ ਪਿੱਛੇ ਨੇ ਇਸ ਮਾਮਲੇ 'ਚ। ਦੇਖੋ ਜੀ, ਖਾਸ ਤੌਰ 'ਤੇ ਮੈਂ ਔਰਤਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਅੱਜ ਦੇ ਟਾਈਮ 'ਤੇ ਔਰਤਾਂ ਨੂੰ ਇੱਕ ਵਸਤੂ ਦੇ ਵਾਂਗੂ ਦੇਖਿਆ ਜਾਂਦਾ ਹੈਗਾ। 10 ਰੁਪਏ ਦੀ ਸਾਬਣ ਦੀ ਐਡ ਕਰਨੀ ਹੈ ਤਾਂ ਪੂਰਾ ਸਰੀਰ ਦਿਖਾਇਆ ਜਾਂਦਾ ਹੈਗਾ ਉਹਦਾ। ਫਿਲਮਾਂ ਦੇ ਗਾਣਿਆਂ ਦੇ ਵਿੱਚ ਉਹਨੂੰ ਇੱਕ ਵਸਤੂ ਦੇਖਿਆ ਜਾਂਦਾ। ਜਿਹੜੀਆਂ ਸਾਡੇ ਸਮਾਜ ਦੇ ਵਿੱਚ ਗਾਲਾਂ ਦਿੱਤੀਆਂ ਜਾਂਦੀਆਂ ਉਹਦੇ ਵਿੱਚ ਔਰਤ ਨੂੰ ਜਾਨਵਰ ਤੋਂ ਵੀ ਬੱਤਰ ਸਮਝਿਆ ਜਾਂਦਾ ਹੈਗਾ ਕਿ ਇਹ ਤਾਂ ਸਿਰਫ ਉਹ ਮਤਲਬ ਇਦੋਂ ਵੀ ਨੀਚੇ ਹੈਗੀ ਆ। ਤੇ ਅਸੀਂ ਚਾਹੁੰਦੇ ਜੇਕਰ ਔਰਤਾਂ ਨੇ ਆਪਣੀ ਸਪੇਸ ਹਾਸਲ ਕਰਨੀ ਹੈ, ਜੇਕਰ ਅਸੀਂ ਮੰਚਾਂ ਦੇ ਵੱਡੇ ਕੁਛ ਕੁ ਲੀਡਰ ਕਹਿੰਦੇ ਆ ਕਿ ਜਿਹੜੀਆਂ ਔਰਤਾਂ ਨੇ ਉਹ ਵੀ 50% ਹਿੱਸਾ ਔਰਤਾਂ ਦਾ, 50% ਹਿੱਸਾ ਉਹਨਾਂ ਦਾ ਹੋਣਾ ਚਾਹੀਦਾ ਹੈ, ਤਾਂ ਫਿਰ ਸਾਨੂੰ ਔਰਤਾਂ ਨੂੰ ਅੱਗੇ ਲੈ ਕੇ ਆਉਣਾ ਪੈਣਾ। ਲੀਡਰਾਂ ਨੂੰ ਵੀ ਅਸੀਂ ਕਹਿੰਦੇ ਹਾਂ ਤੇ ਉਹਨਾਂ ਲੋਕਾਂ ਨੂੰ ਵੀ
ਕਹਿੰਦੇ ਜਿਹੜੇ ਇਹ ਕਹਿੰਦੇ ਆ, ਪਰ ਕਿਤੇ ਨਾ ਕਿਤੇ ਉਹ ਚਲੇ ਜਾਂਦੇ ਆ ਖੁਦ, ਕਦੇ ਆਪਦੀ ਔਰਤ ਨੂੰ ਲੈ ਕੇ ਨਹੀਂ ਜਾਂਦੇ। ਤੇ ਔਰਤਾਂ ਨੂੰ ਬੈਰੀਕੇਡ ਤੋੜਨੇ ਪੈਣੇ ਆ, ਘਰ ਦੇ ਵੀ ਬੈਰੀਕੇਡ ਤੋੜਨੇ ਪੈਣੇ ਆ ਪਹਿਲਾਂ, ਫਿਰ ਉਸ ਤੋਂ ਬਾਅਦ ਸਮਾਜ ਤੋੜਨੇ ਪੈਣੇ, ਉਸ ਤੋਂ ਬਾਅਦ ਸਰਕਾਰ ਦੇ ਤੋੜਨੇ ਪੈਣੇ ਆ। ਔਰਤਾਂ ਜਿਹੜੀਆਂ ਬਹੁਤ ਜ਼ਿਆਦਾ ਤਾਲਿਆਂ ਦੇ ਵਿੱਚ ਬੰਦ ਨੇ, ਤੇ ਔਰਤਾਂ ਨੂੰ ਅੱਗੇ ਆਉਣਾ ਪੈਣਾ, ਕਿਉਂਕਿ ਤੁਹਾਡੀਆਂ ਮਹਿਲਾਵਾਂ ਜਿਹੜੀਆਂ ਸੁਰੱਖਿਅਤ ਨਹੀਂ, ਤੁਹਾਡੀਆਂ ਬੱਚੀਆਂ ਸੁਰੱਖਿਅਤ ਨਹੀਂ ਹੈਗੀਆਂ। ਕਿਉਂਕਿ ਤੁਸੀਂ 12 'ਚ ਜਿੰਨੀਆਂ ਮਰਜ਼ੀ ਗੱਲਾਂ ਕਰ ਲਓ, ਮੈਂ ਜਿੰਨੀਆਂ ਮਰਜ਼ੀ ਗੱਲਾਂ ਕਰ ਲਾਂ ਕਿ ਮੈਂ ਲੜਕਿਆਂ ਤੋਂ ਵੀ ਵੱਧ ਹਾਂ, ਮੈਂ ਮਤਲਬ ਬਰਾਬਰ ਆ ਉਹਨਾਂ ਦੇ, ਪਰ ਮੈਂ ਰਾਤ ਨੂੰ 12 ਵਜੇ ਮੈਂ ਇਕੱਲੀ ਕਹਿ ਦਿਆਂ ਕਿ ਮੈਨੂੰ ਕੁਛ ਨਹੀਂ ਕੋਈ ਕਰ ਸਕਦਾ, ਤੇ ਇਹ ਮਾਨਸਿਕਤਾ ਲੋਕਾਂ ਦੀ ਹੈਗੀ ਆ। ਇਹਨੂੰ ਤੋੜਨ ਵਾਸਤੇ ਔਰਤਾਂ ਨੂੰ ਵੱਡੀ ਸੰਖਿਆ ਵਿੱਚ ਆਉਣਾ ਪੈਣਾ। ਉਹ ਤਾਂ ਹੀ ਆ ਜੇਕਰ ਔਰਤਾਂ ਅੱਗੇ ਆਉਣਗੀਆਂ, ਔਰਤਾਂ ਲੀਡਰਸ਼ਿਪ ਦੇ ਵਿੱਚ ਆਉਣਗੀਆਂ, ਫਿਰ ਕਿਤੇ ਜਾ ਕੇ ਸਾਨੂੰ ਮੁਕਤੀ ਮਿਲੂਗੀ। ਤੇ ਇਹੀ ਹੈ ਕਿ ਜੇਕਰ ਔਰਤਾਂ ਵੱਡੀ ਸੰਖਿਆ ਵਿੱਚ ਅੱਗੇ ਆਉਣ ਤੇ ਲੀਡਰਸ਼ਿਪ ਦੇ ਵਿੱਚ ਆਉਣ, ਤੇ ਘਰੋਂ ਚਾਹੇ ਲੜ ਕੇ ਆਉਣਾ ਪਵੇ, ਸਾਨੂੰ ਜ਼ਰੂਰ ਆਉਣਾ ਚਾਹੀਦਾ, ਤੇ ਘਰੇ ਵੀ ਆਪਣੀ ਸਪੇਸ ਜ਼ਰੂਰ ਬਣਾਉਣੀ ਚਾਹੀਦੀ ਹੈ। ਤੁਸੀਂ ਕੰਢੀ ਬਾਰਡਰ ਤੇ ਹੋ, ਦਿੱਲੀ ਸਰਕਾਰ ਦਾ ਇਹਦੇ 'ਚ ਕੀ ਰੋਲ ਰਿਹਾ? ਜਿਵੇਂ ਕਿਸਾਨ ਮੋਰਚੇ 'ਚ ਉਹਨਾਂ ਨੇ ਕਾਫੀ ਉਹਨਾਂ ਦਾ ਸਹਿਯੋਗ ਕੀਤਾ, ਕੀ ਮਜ਼ਦੂਰ ਜਥੇਬੰਦੀਆਂ ਦਾ ਵੀ ਵੱਖਰੇ ਤੌਰ ਤੇ ਕੋਈ ਸਹਿਯੋਗ ਕੀਤਾ ਉਹਨੇ? ਦੇਖੋ, ਇਹ ਨਾ ਇੱਕ ਪੋਲਿਟਿਕਸ ਹੁੰਦੀ ਆ, ਕਿਉਂਕਿ ਜਿਸ ਟਾਈਮ ਤੇ ਵੱਡੀ ਸੰਖਿਆ ਦੇ ਵਿੱਚ ਲੋਕ ਇੱਕ ਸਾਈਡ ਹੁੰਦੇ ਆ, ਉਹ ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਬੀਜੇਪੀ ਹੋਵੇ, ਜਿਹੜੇ ਸੱਤਾ ਦੇ ਵਿੱਚ ਨਹੀਂ ਹੈਗੇ ਉਹ ਲੋਕਾਂ ਦੀ ਹਮਾਇਤ ਕਰਦੇ ਕਿ ਅਸੀਂ ਤੁਹਾਡੇ ਆ, ਕੱਲ ਨੂੰ ਵੋਟ ਸਾਨੂੰ ਪਾਇਓ, ਹੈ ਨਾ। ਤੇ ਇਹ ਮਤਲਬ ਮੈਂ ਤਾਂ ਵੋਟ ਦੀ ਖੇਡ ਹੀ ਮੰਨੂਗੀ, ਪਰ ਫਿਰ ਵੀ ਚਲੋ ਬੋਲ ਰਹੇ ਹੈਗੇ ਆ, ਚਲੋ ਉਹਨਾਂ ਦੀ ਚੰਗੀ ਗੱਲ ਹੈਗੀ, ਫਿਰ ਵੀ ਅਸੀਂ ਮੰਨਦੇ ਆ। ਪਰ ਲੋਕਾਂ ਨੂੰ ਹਮੇਸ਼ਾ ਇਹ ਦੇਖਣਾ ਚਾਹੀਦਾ ਕਿ ਕੌਣ ਸਾਡਾ ਭਲਾ ਕਰ ਰਿਹਾ ਹੈਗਾ ਅਸਲ ਦੇ ਵਿੱਚ। ਕਿ ਕਾਂਗਰਸ ਦੀ ਜੇਕਰ ਗੱਲ ਕਰੀਏ, ਕਾਂਗਰਸ ਹੁਣ ਰਾਹੁਲ ਗਾਂਧੀ ਹੋਵੇ, ਚਾਹੇ ਉਹਨਾਂ ਦੀ ਜਿਹੜੀ ਮਦਰ ਹੋਵੇ, ਜਾਂ ਫਿਰ ਅੱਜ ਭਗਵੰਤ ਮਾਨ ਜਿਹੜਾ ਹੈਗਾ, ਜਾਂ ਫਿਰ ਅਰਵਿੰਦ ਕੇਜਰੀਵਾਲ ਹੈਗਾ, ਇਹਨਾਂ ਦੀ ਗੱਲ ਕਰੀਏ, ਜੇ ਇਹ ਕਿਤੇ ਨਾ ਕਿਤੇ ਪਹਿਲਾਂ ਸਾਡੇ ਤੇ ਹਮਲਾ ਕੀਤਾ, ਕਾਂਗਰਸ ਨੇ ਸਭ ਤੋਂ ਵੱਧ ਸਿੱਖਾਂ ਦਾ ਘਾਣ ਕੀਤਾ ਸੀਗਾ। ਅੱਜ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਦੇ ਲੀਡਰ ਬਣ ਕੇ ਘੁੰਮਦੇ ਆ ਕਿ ਅਸੀਂ ਕਾਂਗਰਸ ਵੱਲੋਂ ਖੜੇ ਹੋਏ ਆ। ਤੇ ਨਾਲ ਹੀ ਗੱਲ ਕਰੀਏ, ਜਿਹੜੇ ਕ੍ਰਿਸ਼ੀ ਵਿਰੋਧੀ ਕਾਨੂੰਨ ਆਏ ਆ, ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜੀ ਰੂਪ ਰੇਖਾ ਤਿਆਰ ਕੀਤੀ ਗਈ ਸੀ ਕਾਂਗਰਸ ਵੱਲੋਂ, ਤੇ ਉਹਨੂੰ ਲਾਗੂ ਕੀਤਾ ਬੀਜੇਪੀ ਨੇ। ਤੇ ਕਿਤੇ ਨਾ ਕਿਤੇ ਇਹ ਸਾਰੇ ਇੱਕ ਹੀ ਨੇ, ਤੇ ਉਹ ਸਮਝਣ ਦੀ ਜ਼ਰੂਰਤ ਆ। ਤੇ ਜਿਹੜੇ ਹਮਾਇਤ ਕਰ ਵੀ ਰਹੇ, ਠੀਕ ਆ, ਉਹ ਇਸ ਲਈ ਕਰ ਰਹੇ ਕਿਉਂਕਿ ਵੱਡੀ ਸੰਖਿਆ ਵਿੱਚ ਲੋਕ ਉਧਰ ਨੇ। ਤੇ ਪਰ ਫਿਰ ਵੀ ਲੋਕਾਂ ਨੂੰ ਸਮਝਣਾ ਚਾਹੀਦਾ ਕੌਣ ਸਾਡੇ ਹਿੱਤ ਵਿੱਚ ਆ, ਕੌਣ ਸਾਡੇ ਹਿੱਤ ਵਿੱਚ ਨਹੀਂ ਹੈਗਾ, ਕੌਣ ਦੋਸਤ ਆ, ਕੌਣ ਮਿੱਤਰ ਆ, ਇਹ ਸਮਝਣਾ ਬਿਲਕੁਲ ਚਾਹੀਦਾ। ਪਰ ਇਹ ਹੈ ਕਿ ਹਜੇ ਤੱਕ ਮਜ਼ਦੂਰਾਂ ਦੀ ਹਮਾਇਤ ਨਹੀਂ ਕੀਤੀ ਹੈਗੀ, ਉਹ ਸਿਰਫ ਵੱਡੀ ਸੰਖਿਆ ਵਿੱਚ ਕਿਸਾਨ ਬੈਠੇ, ਕਿਸਾਨਾਂ ਦੀ ਹਮਾਇਤ ਉਹ ਕਰ ਰਹੇ ਹੈਗੇ ਆ। ਜਾਂ ਫਿਰ ਹੁਣ ਇੱਕ ਚੰਨੀ ਸਾਹਿਬ ਦਾ ਬਿਆਨ ਆਇਆ ਸੀ ਕਿ ਜਿਹੜਾ ਵੀ ਟੈਂਕੀ ਤੇ ਬੈਠੂਗਾ ਮੈਂ ਉਹਦੀ ਗੱਲ ਤਾਂ ਕੀ ਸੁਣਨੀ ਹੈ, ਮੈਂ ਪਰਚਾ ਜ਼ਰੂਰ ਕਰੂੰਗਾ। ਤੇ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਵਿੱਚ ਸਿਰਫ ਦੋ ਤਿੰਨ ਜਿਹੜੇ ਟੀਚਰ ਉੱਤੇ ਬੈਠੇ ਸੀ, ਇੱਕ ਮਹਿਲਾ ਬੈਠੀ ਸੀ, ਬਹੁਤ ਵੀਡੀਓ ਵਾਇਰਲ ਹੋਈ ਆ ਕਿ ਇਹਨਾਂ ਨੇ ਤਾਂ ਤੁਹਾਡੀ ਗੱਲ ਸੁਣਨੀ ਨਹੀਂ ਹੈਗੀ, ਸਾਡੀ ਸਰਕਾਰ ਆ ਰਹੀ, ਸਾਨੂੰ ਵੋਟ ਪਾਓ, ਅਸੀਂ ਤੁਹਾਡੀ ਗੱਲ ਸੁਣਾਂਗੇ। ਇਹੀ ਕਾਂਗਰਸ ਨੇ ਕਿਹਾ ਸੀਗਾ ਜਦੋਂ ਅਕਾਲੀ ਦਲ ਸੀਗੀ, ਇਹੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਜਿਸ ਟਾਈਮ ਤੇ ਇਹ ਲੱਗਦਾ ਕਿ ਵਿਰੋਧ ਕਰ ਰਹੀ ਹੈਗੀ ਆ ਜਨਤਾ ਦਾ ਸਰਕਾਰ, ਉੱਥੇ ਦੂਜੀ ਪਾਰਟੀ ਆ ਕੇ ਖੜੀ ਹੋ ਜਾਊਗੀ ਕਿ ਅਸੀਂ ਕਰ ਦਾਂਗੇ। ਤੇ ਸਮਝਣ ਦੀ ਜ਼ਰੂਰਤ ਆ ਕਿ ਹਮੇਸ਼ਾ ਜਿੱਥੇ ਲੋਕ ਕਮਜ਼ੋਰ ਪੈਂਦੇ ਉੱਥੇ ਦੂਜਾ ਪਕਸ਼ ਆ ਕੇ ਖੜਾ ਹੋ ਜਾਂਦਾ, ਤੇ ਲੋਕਾਂ ਨੂੰ ਜ਼ਰੂਰ ਸਮਝਣਾ ਚਾਹੀਦਾ ਇਹਦੇ ਬਾਰੇ। ਫਿਰ ਪੰਜਾਬ 'ਚ ਇਲੈਕਸ਼ਨ ਆਉਣ ਵਾਲੇ ਆ ਥੋੜ੍ਹੀ ਦੇਰ ਬਾਅਦ, ਤੇ ਫਿਰ ਆਪਾਂ ਪੰਜਾਬ ਦੇ ਲੋਕਾਂ ਨੂੰ ਜਾਂ ਮਜ਼ਦੂਰ ਜਥੇਬੰਦੀਆਂ ਨੂੰ ਜਾਂ ਜਿਹੜੇ ਤੁਹਾਡੇ ਨੂੰ ਦੇਖਦੇ ਨੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਵੀ ਇਲੈਕਸ਼ਨ 'ਚ ਫਿਰ ਕੀ ਕਰਨ, ਜੇ ਵੋਟ ਤਾਂ ਕਿਸੇ ਨਾ ਕਿਸੇ ਨੂੰ ਪਾਉਣੀ ਪਏਗੀ? ਬਿਲਕੁਲ, ਆਪਾਂ ਹੁਣ ਮੇਨ ਸੰਵਿਧਾਨ ਦੀ ਗੱਲ ਕਰੀਏ, ਬਾਬਾ ਸਾਹਿਬ ਭੀਮਰਾਓ ਅੰਬੇਦਕਰ ਨੇ ਇਹ ਕਿਹਾ ਸੀ ਕਿ ਜੇਕਰ ਮੈਂ ਅੱਜ ਸੰਵਿਧਾਨ ਲਿਖ ਰਿਹਾ, ਉਹਦੇ ਵਿੱਚ ਇਹੋ ਜਿਹੇ ਅਨੁਛੇਦ ਨੇ ਜਿਹਦੇ ਵਿੱਚ ਸਿੱਧਾ ਮਜ਼ਦੂਰਾਂ ਦੀ ਮੁਕਤੀ ਦਾ ਰਸਤਾ ਵੀ ਹੈਗਾ, ਹੈ ਨਾ, ਚਾਹੇ ਉਹ ਬਰਾਬਰ ਜ਼ਮੀਨ ਦੀ ਵੰਡ ਹੋਵੇ। ਪਰ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜੇਕਰ ਅੱਜ ਮੈਂ ਸੰਵਿਧਾਨ ਲਿਖ ਰਿਹਾ ਹੈਗਾ, ਕੱਲ ਨੂੰ ਜੇਕਰ ਇਹੀ ਸੰਵਿਧਾਨ ਲੋਕਾਂ ਦੇ ਉਲਟ ਹੋਇਆ, ਲੋਕਾਂ ਦੇ ਖਿਲਾਫ ਹੋਇਆ, ਤੇ ਸਭ ਤੋਂ ਪਹਿਲਾਂ ਇਹਨੂੰ ਜਲਾਉਣ ਵਾਲਾ, ਇਹਨੂੰ ਨਸ਼ਟ ਕਰਨ ਵਾਲਾ ਮੈਂ ਹੀ ਹੋਊਂਗਾ। ਪਰ ਅੱਜ ਜਿਹੜੀ ਵੋਟ ਪੋਲਿਟਿਕਸ ਹੋ ਰਹੀ ਆ, ਉਹਦੇ ਵਿੱਚ ਸੰਵਿਧਾਨ ਦੀਆਂ ਚੀਜ਼ਾਂ ਨੂੰ ਤਾਂ ਕੀ ਲਾਗੂ ਕਰਨਾ, ਪਰ ਜਿਹੜੇ ਲੋਕਾਂ ਦੇ ਵਿਰੋਧੀ ਕਾਨੂੰਨ ਖੁਦ ਹੀ ਬਣਾਏ ਜਾ ਰਹੇ ਹੈਗੇ ਆ। ਠੀਕ ਹੈ, ਅਸੀਂ ਮੰਨਦੇ ਹਾਂ ਕਿ ਸੰਵਿਧਾਨ 'ਚ ਲਿਖਿਆ ਕਿ ਹਾਂ ਜਿਹੜੇ ਲੋਕਾਂ ਦੇ ਹਿੱਤ ਵਿੱਚ ਤੁਸੀਂ ਕਾਨੂੰਨ ਬਣਾ ਸਕਦੇ ਹੋ, ਸਹਿਮਤੀ ਨਾਲ ਪਾਰਿਤ ਕਰ ਸਕਦੇ ਹੋ, ਪਰ ਇਹ ਨਹੀਂ ਹੈ ਕਿ ਤੁਸੀਂ ਲੱਖਾਂ ਕਰੋੜਾਂ ਦੀ ਸੰਖਿਆ ਵਿੱਚ ਬਹੁਮਤ ਨੂੰ ਉਹਨੂੰ ਨਕਾਰ ਦਿਓ, ਸਿਰਫ ਜਿਹੜੇ ਕੁਝ ਕੁ ਲੋਕ ਲੀਡਰ ਬੈਠੇ ਉਹੀ ਪਾਰਿਤ ਕਰਦੇ ਨੇ। ਤੇ ਅੱਜ ਵੋਟ ਪੋਲਿਟਿਕਸ ਵਿੱਚ ਇਹੀ ਚੱਲ ਰਿਹਾ ਹੈਗਾ। ਅਸੀਂ ਇਹ ਕਹਿੰਦੇ ਕਿ 70-80 ਸਾਲ ਹੋ ਗਏ, ਅੱਜ ਤੱਕ ਸਾਨੂੰ ਕੀ ਮਿਲਿਆ ਹੈਗਾ, ਤੇ ਸਾਨੂੰ ਦੇਖਣਾ ਚਾਹੀਦਾ। ਕਿਉਂਕਿ ਮੈਂ ਵੀ ਇੱਕ ਪਿੰਡ 'ਚ ਰਹਿੰਦੀ ਹਾਂ, ਤੇ ਉੱਥੇ ਮਤਲਬ ਲੀਡਰ ਆਉਂਦੇ ਨੇ 5 ਸਾਲ ਬਾਅਦ, ਘਰਾਂ ਦੇ ਵਿੱਚ ਆਉਂਦੇ ਨੇ, ਪੈਰ ਹੀ ਡਿੱਗਦੇ ਨੇ, ਜਾਂ ਪੈਰ ਧੋ ਕੇ ਪੀਣਾ, ਇਸ ਤਰੀਕੇ ਨਾਲ ਉਹ ਇਹੋ ਜਿਹੀ ਫੋਟੋ ਵਾਇਰਲ ਕਰਦੇ ਨੇ, ਜਾਂ ਗਰੀਬਾਂ ਦੇ ਨਾਲ ਬੈਠ ਕੇ ਰੋਟੀ ਖਾ ਰਹੇ ਜੀ ਫੋਟੋ ਵਾਇਰਲ ਕਰਦੇ ਨੇ। ਉਸ ਤੋਂ ਬਾਅਦ 5 ਸਾਲ ਤੱਕ ਉਹ ਕਿੱਥੇ ਨੇ, ਕੋਈ ਨਹੀਂ ਦੇਖਦਾ ਹੈਗਾ। ਮਜ਼ਦੂਰਾਂ ਦੇ ਹਾਲ, ਕਿਸਾਨਾਂ ਦੇ ਹਾਲ, ਮਹਿਲਾਵਾਂ ਦੇ ਹਾਲ ਕੋਈ ਨਹੀਂ ਦੇਖਦਾ ਹੈਗਾ। ਅਸੀਂ ਇਹ ਕਹਿੰਦੇ ਹਾਂ ਕਿ ਹੁਣ ਜਿਵੇਂ ਕੁਛ ਕੁ ਕਿਸਾਨ ਵੀ ਕਹਿ ਰਹੇ ਕਿ ਅਸੀਂ ਆਪਣੀ ਪਾਰਟੀ ਬਣਾਵਾਂਗੇ, ਠੀਕ ਹੈ, ਇਹੋ ਜਿਹੀ ਨਵੀਂ ਪਾਰਟੀ ਬਣਾ ਕੇ ਦੇਖ ਲੈਣੀ ਚਾਹੀਦੀ ਆ। ਪਰ ਇਹੀ ਆ ਕਿ
ਕੁਛ ਨਹੀਂ ਹੈਗਾ ਵੋਟਾਂ ਦੇ ਵਿੱਚ। ਜਿੰਨਾ ਟਾਈਮ ਇਹ ਲੋਟੂ ਢਾਣਾ ਹੀ ਇਹਦੇ ਵਿੱਚ ਬੈਠਾ ਰਹੂਗਾ, ਜਿੰਨਾ ਟਾਈਮ ਪੱਤਾ ਖੇਡਣ ਦੇ ਵਾਸਤੇ ਸਿਰਫ ਦਲਿਤ ਚਿਹਰਾ ਖੜਾ ਕਰਕੇ ਦਲਿਤ ਨੂੰ ਵੋਟ ਸਾਰੇ ਕਹਿ ਦੇਣ ਵੀ ਦਲਿਤ ਇੱਧਰ ਵੋਟ ਪਾਓ ਕਿ ਦਲਿਤ ਚਿਹਰਾ ਖੜਾ, ਤੇ ਉਹਨਾਂ ਟਾਈਮ ਮੈਨੂੰ ਐ ਲੱਗਦਾ ਕਿ ਅਸੀਂ ਮੁਕਤੀ ਨਹੀਂ ਪ੍ਰਾਪਤ ਕਰ ਸਕਦੇ ਹੈਗੇ। ਜਿੰਨਾ ਟਾਈਮ ਇੱਕ ਮਜ਼ਦੂਰ ਨੂੰ, ਇੱਕ ਦਲਿਤ ਨੂੰ, ਇੱਕ ਆਦੀਵਾਸੀ ਨੂੰ, ਇੱਕ ਮੁਸਲਿਮ ਨੂੰ, ਇੱਕ ਮਹਿਲਾ ਨੂੰ ਇਹ ਫੀਲ ਨਹੀਂ ਹੁੰਦਾ ਕਿ ਹਾਂ ਇਹ ਮੇਰਾ ਕੰਮ ਆ, ਇਹ ਮੇਰੀ ਵਜ੍ਹਾ ਕਰਕੇ ਪਾਰਟੀ ਬਣੂਗੀ ਜਾਂ ਮੇਰੇ ਹਿੱਤ ਵਿੱਚ ਬਣ ਰਹੀ ਆ, ਉਹਨਾਂ ਟਾਈਮ ਕਾਮਯਾਬ ਨਹੀਂ ਹੈਗੀਆਂ ਵੋਟ ਪੋਲਿਟਿਕਸ। ਜਿਸ ਟਾਈਮ ਤੇ ਇਲੈਕਸ਼ਨ ਵਾਲੇ ਦਿਨ ਛੁੱਟੀ ਹੁੰਦੀ ਆ, ਉਸ ਦਿਨ ਮਜ਼ਦੂਰਾਂ ਨੂੰ ਐਂ ਲੱਗਦਾ ਸਾਡੀ ਦਿਹਾੜੀ ਮਰ ਗਈ। ਉਹਨਾਂ ਨੂੰ ਨਹੀਂ ਪਤਾ, ਉਹਨਾਂ ਨੂੰ ਇਹ ਲੱਗਦਾ ਕਿ ਸਾਰੇ ਲੀਡਰ ਇੱਕੋ ਜਿਹੇ ਨੇ, ਉਹਨਾਂ ਵਾਸਤੇ ਜਿੰਨਾ ਉਹ ਘੇਰਾ ਹੈਗਾ ਓਨਾ ਹੀ ਆ, ਉਹ ਜਿਹੜੀ ਦਿਹਾੜੀ ਉਹਨਾਂ ਨੂੰ ਮਿਲਦੀ ਓਨੀ ਹੀ ਮਿਲਦੀ ਆ। ਕਿੰਨੇ ਸਾਲ ਹੋ ਗਏ ਉਹਨਾਂ ਦੇ ਵੇਤਨ ਨਹੀਂ ਵੱਧਦਾ, ਇਹਨਾਂ ਦੀਆਂ ਪੈਨਸ਼ਨਾਂ ਜ਼ਰੂਰ ਲੱਗ ਜਾਂਦੀਆਂ। ਤੇ ਕਿਤੇ ਨਾ ਕਿਤੇ ਸਾਨੂੰ ਸਮਝਣ ਦੀ ਜ਼ਰੂਰਤ ਆ ਕਿ ਇਹ ਸਿਰਫ ਯੂਜ਼ ਕਰ ਰਹੇ ਆ ਲੋਕਾਂ ਦਾ, ਇਹ ਸਾਡਾ ਕੋਈ ਭਲਾ ਨਹੀਂ ਕਰਨ ਵਾਲੇ ਹੈਗੇ। ਹੁਣ ਇਲੈਕਸ਼ਨ ਆ ਰਿਹਾ ਹੈਗਾ, ਇਹਨਾਂ ਨੂੰ ਵੜ ਨਹੀਂ ਦੇਣਾ ਚਾਹੀਦਾ ਪਿੰਡਾਂ ਦੇ ਵਿੱਚ। ਇਹ ਕਹਿਣਾ ਚਾਹੀਦਾ ਜਿਹੜਾ ਸਾਡਾ ਪਹਿਲਾਂ ਕੰਮ ਕਰਕੇ ਦਿਖਾਊਗਾ ਅਸੀਂ ਫੇਰ ਤੁਹਾਨੂੰ ਵੋਟ ਪਾਵਾਂਗੇ। ਅਸੀਂ ਵੋਟ ਨਹੀਂ ਪਾਉਂਦੇ ਹੈਗੇ, ਪਹਿਲਾਂ ਕੰਮ ਤਾਂ ਕਰਕੇ ਦਿਖਾਓ। ਤੁਸੀਂ ਵਾਅਦਾ ਕਰਕੇ ਚਲੇ ਨੇ ਹੱਥ ਜੋੜ ਕੇ ਅਸੀਂ ਆਹ ਕਰਾਂਗੇ, ਪਰ ਉਸ ਤੋਂ ਬਾਅਦ ਕੁਝ ਨਹੀਂ ਕਰਦੇ, ਕਹਿੰਦੇ ਸਾਡੇ ਕੋਲ ਗ੍ਰਾਂਟ ਨਹੀਂ ਹੈਗੀ, ਇੰਨੀਆਂ ਗ੍ਰਾਂਟਾਂ ਆਉਂਦੀਆਂ ਨੇ, ਖਾ ਜਾਂਦੇ ਨੇ। ਪਰ ਪਹਿਲਾਂ ਤੁਸੀਂ ਕੰਮ ਕਰਕੇ ਦਿਖਾਓ, ਫਿਰ ਅਸੀਂ ਤੁਹਾਨੂੰ ਵੋਟ ਪਾਵਾਂਗੇ। ਮੇਰੇ ਖਿਆਲ 'ਚ ਇਹ ਹੋਣਾ ਚਾਹੀਦਾ। ਬਾਕੀ ਅਸੀਂ ਵੋਟਾਂ ਦੇ ਪੱਖ ਦੇ ਵਿੱਚ ਨਹੀਂ ਹੈਗੇ, ਜਿਹੜੇ ਪੱਖ ਵਿੱਚ ਮੈਂ ਉਹਨਾਂ ਨੂੰ ਕਹਿ ਰਹੀ ਹਾਂ ਕਿ ਤੁਸੀਂ ਪਹਿਲਾਂ ਕੰਮ ਦੇਖੋ, ਫਿਰ ਤੁਸੀਂ ਮਤਲਬ ਲੋਕਾਂ ਨੂੰ ਉਹਨਾਂ ਨੂੰ ਵੋਟ ਪਾਓ। ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਨੂੰ, ਆਗੂਆਂ ਨੂੰ ਲੇਬਰ ਲਾਅ ਦੀ ਜਾਣਕਾਰੀ ਬਹੁਤ ਘੱਟ ਆ। ਉਹਨਾਂ ਨੇ ਕਦੇ ਵੀ ਕਿਸੇ ਫੰਕਸ਼ਨ ਵਿੱਚ ਲੇਬਰ ਲਾਅ ਦੀ ਜਾਂ ਉਹਦੇ ਜਿਹੜੇ ਪੁਆਇੰਟਸ ਨੇ ਉਹਨਾਂ ਤੇ ਡਿਸਕਸ ਨਹੀਂ ਕੀਤੀ, ਸਿਰਫ ਇਕੱਠੇ ਹੋਣ ਦੀ ਗੱਲ ਕਰਦੇ। ਇਹ ਕਿਉਂ? ਦੇਖੋ, ਜੇ ਹੁਣ ਆਪਾਂ ਕ੍ਰਿਸ਼ੀ ਵਿਰੋਧੀ ਕਾਨੂੰਨ ਦੀ ਗੱਲ ਕਰੀਏ, ਇਹ ਬਹੁਤ ਵੱਡੇ ਸਤਰ ਤੇ ਪਿੰਡਾਂ ਦੇ ਵਿੱਚ ਜਾ ਕੇ, ਗਲੀਆਂ ਵਿੱਚ ਜਾ ਕੇ ਉਹਨਾਂ ਨੇ ਪੂਰੇ ਐਕਸਪਲੇਨ ਕੀਤਾ ਕਿ ਕ੍ਰਿਸ਼ੀ ਵਿਰੋਧੀ ਕਾਨੂੰਨ ਆਖਿਰ ਹੈ ਕੀ। ਜੇਕਰ ਉਹ ਨਾ ਕਰਦੇ, ਮੇਰੇ ਖਿਆਲ 'ਚ ਇੰਨੀ ਵੱਡੀ ਸੰਖਿਆ 'ਚ ਲੋਕ ਇੱਥੇ ਆਉਣੇ ਹੀ ਨਹੀਂ ਸੀ। ਪਰ ਜ਼ਰੂਰਤ ਇਹ ਹੈ ਕਿ ਲੇਬਰ ਕੋਡ ਇੰਨੇ ਕੁ ਜ਼ਿਆਦਾ ਖਤਰਨਾਕ ਨੇ ਕਿ ਜਿਹੜੇ ਮਜ਼ਦੂਰ ਉਹਨਾਂ ਨੂੰ ਗੁਲਾਮਾਂ ਦੀ ਜ਼ਿੰਦਗੀ ਬਤੀਤ ਕਰਨ ਵਾਸਤੇ ਬਣਾਏ ਜਾ ਰਹੇ, ਗੁਲਾਮ ਬਣਾਉਣ ਵਾਸਤੇ ਕਾਨੂੰਨ ਆਏ ਨੇ ਕਿ ਉਹ ਸਾਡੇ ਜਿਹੜੇ ਮਜ਼ਦੂਰ ਆਗੂ ਨੇ, ਮਜ਼ਦੂਰ ਲੀਡਰ ਨੇ, ਮਜ਼ਦੂਰ ਸੰਗਠਨ ਨੇ, ਉਹਨਾਂ ਦਾ ਕੰਮ ਬਣਦਾ ਕਿ ਆਸਾਨ ਭਾਸ਼ਾ ਦੇ ਵਿੱਚ ਉਹਨਾਂ ਨੂੰ ਲੋਕਾਂ ਨੂੰ ਸਮਝਾਇਆ ਜਾਵੇ। ਜੇਕਰ ਨਹੀਂ ਸਾਨੂੰ ਪਤਾ ਹੈਗਾ ਤਾਂ ਸਾਨੂੰ ਪੜ੍ਹਨਾ ਚਾਹੀਦਾ। ਬਹੁਤ ਸਾਰੇ PDF ਇਹੋ ਜਿਹੇ ਆਏ ਨੇ ਜਿਹਦੇ ਵਿੱਚ ਚੰਗੀ ਤਰ੍ਹਾਂ, ਬਹੁਤ ਸੰਖੇਪ ਦੇ ਵਿੱਚ, ਬਹੁਤ ਆਸਾਨ ਭਾਸ਼ਾ ਵਿੱਚ ਲਿਖਿਆ ਕਿ ਉਹ ਕਿਵੇਂ ਨੇ। ਮੇਨ ਆਪਾਂ ਜੇਕਰ ਗੱਲ ਕਰੀਏ ਲੋਕਾਂ ਨੂੰ ਸਮਝਾਉਣ ਵਾਸਤੇ, ਆਪਾਂ ਇਹ ਕਹਿ ਸਕਦੇ ਹਾਂ ਕਿ ਟਾਈਮ ਵਧਾਇਆ ਜਾ ਰਿਹਾ ਤੁਹਾਡਾ, 8 ਘੰਟੇ ਟਾਈਮ 12 ਘੰਟੇ ਕੀਤਾ ਜਾ ਰਿਹਾ। ਤੁਸੀਂ ਕਿਸੇ ਯੂਨੀਅਨ ਦੇ ਵਿੱਚ ਨਹੀਂ ਜਾ ਕੇ ਤੁਸੀਂ ਇਹ ਕਹਿ ਸਕਦੇ ਹਾਂ ਮੈਂ ਯੂਨੀਅਨ ਬਣਾ ਕੇ ਧਰਨਾ ਕਰ ਸਕਦਾ। ਸੰਵਿਧਾਨ ਦੇ ਵੀ ਖਿਲਾਫ ਇਹ ਕਾਨੂੰਨ ਬਣੇ ਨੇ ਕਿ ਮੰਨ ਲਓ ਬਾਬਾ ਸਾਹਿਬ ਨੇ ਕਿਹਾ ਸੀ ਕਿ ਮੰਨ ਲਓ ਤੁਹਾਡਾ ਹੱਕ ਕੋਈ ਨਹੀਂ ਦੇ ਰਿਹਾ ਹੈਗਾ, ਤੁਸੀਂ ਧਰਨਾ ਕਰ ਸਕਦੇ ਹੋ, ਤੁਸੀਂ ਯੂਨੀਅਨ ਬਣਾ ਸਕਦੇ ਹੋ ਆਪਦੇ ਹੱਕ ਵਿੱਚ, ਫਿਰ ਤੁਸੀਂ ਲੜ ਵੀ ਸਕਦੇ ਹੋ ਹੈਗੇ ਆ। ਪਰ ਇਹ ਕਾਨੂੰਨ ਇਹ ਕਹਿੰਦਾ ਕਿ ਕੋਈ ਵੀ ਮਜ਼ਦੂਰ ਯੂਨੀਅਨ ਨਹੀਂ ਬਣਾ ਸਕਦਾ। ਤੇ ਜੇ ਕੋਈ ਕਿਸੇ ਮਜ਼ਦੂਰ ਨੇ ਕੰਪਨੀ ਛੱਡਣੀ ਆ, ਹੈ ਨਾ, ਉਹ ਮਤਲਬ ਕਿੰਨੇ ਟਾਈਮ ਪਹਿਲਾਂ ਉਹਨੂੰ ਨੋਟਿਸ ਦੇਣਾ ਪੈਣਾ ਕਿ ਹਾਂ ਮਤਲਬ ਮੈਂ ਛੱਡਣੀ ਹੈ, ਫਿਰ ਮੈਂ ਕਿਸੇ ਧਰਨੇ 'ਤੇ ਜਾਣਾ ਹੈ, ਮੈਂ ਕਿਤੇ ਕਿਸੇ ਨੂੰ ਜੁਆਇਨ ਕਰਨਾ, 200 ਦਿਨ ਪਹਿਲਾਂ ਤੁਹਾਨੂੰ ਨੋਟਿਸ ਦੇਣਾ ਪੈਣਾ, ਤੁਹਾਨੂੰ ਐਪਲੀਕੇਸ਼ਨ ਦੇਣੀ ਪੈਣੀ ਹੈ। ਤੁਹਾਨੂੰ ਕੀ ਲੱਗਦਾ ਕਿ ਅੱਜ ਕਿਸੇ ਮਹਿਲਾ ਦਾ ਰੇਪ ਹੋ ਗਿਆ ਕੰਪਨੀ ਦੇ ਵਿੱਚ, ਅਸੀਂ ਤੁਰੰਤ ਧਰਨਾ ਲਾਉਣਾ ਕਿ ਇਹਨੂੰ ਨਿਆਂ ਮਿਲਣਾ ਚਾਹੀਦਾ, ਕਿ ਅਸੀਂ 200 ਦਿਨ ਦਾ ਵੇਟ ਕਰਾਂਗੇ? ਉਹਨਾਂ ਟਾਈਮ ਇਹ ਹੈ ਕਿ ਜਿਹੜੇ ਇਹਨਾਂ ਨੇ ਗਾਊਂਡਰ ਤਿਆਰ ਕੀਤੇ, ਪੁਲਿਸ ਤਿਆਰ ਕੀਤੀ, ਉਹਨਾਂ ਨੂੰ ਦਬਾ ਦਿਓ ਕਿ ਤਾਂ ਕਿ ਕੱਲ ਨੂੰ ਬੋਲਣ ਨਾ। ਇਹੀ ਹੈ ਸਿੱਧਾ ਮਤਲਬ। ਤੇ ਕੰਪਨੀ ਮਾਲਿਕ ਨੇ ਨੂੰ ਸਰਕਾਰ ਨੇ ਇਹ ਜਿਹੜਾ ਪੂਰੀ ਛੂਟ ਦਿੱਤੀ ਆ, ਕੰਪਨੀ ਮਾਲਿਕ ਤੁਹਾਡੀ ਕੰਪਨੀ ਦੇ ਵਿੱਚ ਕੁਛ ਵੀ ਤੁਹਾਡੇ ਨਾਲ ਕਰ ਸਕਦਾ, ਕੁੱਟ ਸਕਦਾ, ਮਾਰ ਸਕਦਾ, ਜਿੰਨਾ ਟਾਈਮ ਚਾਹੇ 12 ਘੰਟੇ ਜਾਂ 24 ਘੰਟੇ ਕੰਮ ਕਰਾਵੇ, ਉਹ ਕੰਪਨੀ ਮਾਲਿਕ ਦੀ ਮਰਜ਼ੀ ਆ, ਉਹ ਕੁਛ ਵੀ ਕਰ ਸਕਦਾ। ਤੁਸੀਂ ਕਿਤੇ ਕੰਪਲੇਂਟ ਨਹੀਂ ਜਾਏ ਕਰ ਸਕਦੇ, ਕੋਈ ਵੀ ਮਜ਼ਦੂਰ ਕਿਤੇ ਜਾ ਨਹੀਂ ਸਕਦਾ। ਤੇ ਕਿੰਨਾ ਵੱਡਾ ਹਮਲਾ, ਮਤਲਬ ਮਜ਼ਦੂਰ ਅਸੀਂ ਮਜ਼ਦੂਰ ਹੈਗੇ ਆ, ਮਜ਼ਦੂਰ ਹੋਣਾ ਕੋਈ ਗਲਤ ਗੱਲ ਨਹੀਂ, ਪਰ ਗੁਲਾਮ ਬਣਾਉਣ ਵੱਲ ਲੈ ਕੇ ਜਾਇਆ ਜਾ ਰਿਹਾ। ਜਿੰਨਾ ਟਾਈਮ ਅਸੀਂ ਮਜ਼ਦੂਰਾਂ ਨੂੰ ਇਹ ਦੱਸਦੇ ਨਹੀਂ ਹੈ ਕਿ ਤੁਹਾਡੇ ਪੂਰੇ ਦੇ ਪੂਰੇ ਖਿਲਾਫ ਕਾਨੂੰਨ ਆ ਗਿਆ, ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਪੂਰਾ ਗੁਲਾਮ ਬਣ ਕੇ ਰਹਿ ਜਾਣਾ। ਅੱਜ ਤੁਸੀਂ ਕਹਿ ਰਹੇ ਹੋ ਜਿੰਨੀ ਮਹਿੰਗਾਈ ਵੱਧ ਗਈ ਆ, ਉਹ ਇਦੋਂ ਵੀ ਜ਼ਿਆਦਾ ਬੁਰਾ ਹਾਲ ਕਰਨਾ ਕਿ ਤੁਹਾਨੂੰ ਸਿਰਫ ਜੀਣ ਲਈ ਸਿਰਫ 2 ਟੁਕੜੇ ਦਿਆ ਕਰਨਗੇ ਰੋਟੀ ਦੇ। ਜਿੰਨਾ ਟਾਈਮ ਤੁਸੀਂ ਜਿੰਦਾ ਰਹਿ ਰਹੋ ਉਹਨਾਂ ਟਾਈਮ ਤੁਸੀਂ ਕੰਮ ਕਰਾਇਆ ਜਾਊਗਾ। ਤੇ ਇੱਕ ਇਹ ਵੀ ਪ੍ਰਾਵਧਾਨ ਹੈਗਾ ਕਿ ਜੇਕਰ ਕੰਪਨੀ ਮਾਲਕ ਇਹ ਕਹਿ ਦੂਗਾ ਕਿ ਦੇਖੋ ਜੀ ਮੈਨੂੰ ਤਾਂ ਨੁਕਸਾਨ ਹੋ ਗਿਆ, ਇਸ ਵਾਰ ਮੇਰਾ ਕੋਈ ਜ਼ਿਆਦਾ ਫਾਇਦਾ ਨਹੀਂ ਹੋਇਆ ਤੇ ਮੈਂ ਮਜ਼ਦੂਰਾਂ ਨੂੰ ਵੇਤਨ ਨਹੀਂ ਦੇ ਸਕਦਾ, ਤਾਂ ਸਰਕਾਰ ਮੰਨ ਲਊਗੀ। ਸਿਰਫ ਇੰਨੀ ਗੱਲ, ਮਜ਼ਦੂਰਾਂ ਦੀ ਕੋਈ ਨਹੀਂ ਮੰਨੀ ਜਾਊਗੀ। ਮਤਲਬ ਇਹੋ ਜਿਹੇ ਹੋਰ ਵੀ ਚੀਜ਼ਾਂ ਨੇ ਜਿਹਦੇ ਵਿੱਚ ਇਹ ਵੀ ਹੈ ਕਿ ਛੋਟਾ 15 ਸਾਲ ਤੋਂ ਘੱਟ ਦਾ ਬੱਚਾ ਵੀ ਇਹ 'ਚ ਕੰਮ ਕਰ ਸਕਦਾ। ਤੇ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੈਗੀਆਂ ਨੇ ਜਿਹੜੀ ਸਮਝਣ ਦੀ ਜ਼ਰੂਰਤ ਹੈ, ਲੋਕਾਂ ਨੂੰ ਸਮਝਾਉਣ ਦੀ ਵੀ ਜ਼ਰੂਰਤ ਆ। ਤੇ ਜਿੰਨਾ ਟਾਈਮ ਅਸੀਂ ਮਜ਼ਦੂਰਾਂ ਦੇ ਵਿੱਚ ਇਹ ਗੱਲ ਲੈ ਕੇ ਜਾਂਦੇ ਕਿ ਲੇਬਰ ਕੋਡ ਕਿੰਨੇ ਖਿਲਾਫ ਨੇ ਸਾਡੇ, ਉਹਨਾਂ ਟਾਈਮ ਮਜ਼ਦੂਰ ਖੜੇ ਨਹੀਂ ਹੋ ਸਕਦੇ ਹੈਗੇ। ਸੋ ਇਹ ਸਨ ਮਜ਼ਦੂਰ ਆਗੂ ਨੌਦੀਪ ਕੌਰ, ਤੇ ਇਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਕੋਈ ਇਹ ਸੰਗਠਨ ਤਿਆਰ ਕਰ ਸਕਦੇ ਆ ਤੇ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਇਹ ਕਰਨਗੇ। ਸੋ ਧੰਨਵਾਦ ਜੀ।